ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ। ਮੇਰਾ ਨਾਮ ਹੈ ਬੋਨੀ ਬਿੰਦਰਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਨੇ ਸਾਡੇ ਐਡੀਟਰ ਇਨ ਚੀਫ ਸਰਦਾਰ ਕੁਲਵੰਤ ਸਿੰਘ ਜੀ। ਕੁਲਵੰਤ ਸਿੰਘ ਜੀ, ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ-ਬਹੁਤ। ਕੁਲਵੰਤ ਜੀ, ਆਪਾਂ ਤੁਹਾਡੇ ਲਈ 3 ਮੁੱਦੇ ਕੱਢ ਕੇ ਲਿਆਏ ਹਾਂ ਜਿਹੜੇ ਮੇਨ ਨੇ। ਪਹਿਲੇ ਮੁੱਦੇ ਦੇ ਉੱਪਰ ਆਉਂਦੀ ਚਰਚਾ ਕਰਾਂਗੇ, ਜਿਹਦਾ ਕੀ ਹੈ ਸਭ ਤੋਂ ਵੱਧ ਜਿਹੜਾ ਪੰਜਾਬ ਦੇ ਵਿੱਚ ਇਸ ਟਾਈਮ ਕੋਈ ਟਰੈਂਡਿੰਗ ਮੁੱਦਾ ਚੱਲ ਰਿਹਾ ਉਹ ਹੈ ਲੱਖਾ ਸਿੰਘ ਸਿਧਾਣਾ ਦੀ ਜਿਹੜੀ ਬਠਿੰਡਾ ਦੇ ਵਿੱਚ ਰੈਲੀ ਹੋਈ ਹੈ, ਉਹਦੇ ਵਿੱਚ ਸ਼ਕਤੀ ਪ੍ਰਦਰਸ਼ਨ ਦਿਖਾਉਣਾ। ਹੁਣ ਮੇਰਾ ਸਵਾਲ ਇਹ ਹੈ ਕਿ ਰਕੇਸ਼ ਟਕੈਤ ਦੀ ਜਦੋਂ ਗ੍ਰਿਫਤਾਰੀ ਇੱਕ ਵਾਰੀ ਆਪਾਂ ਨੂੰ ਪੱਕੀ ਲੱਗਦੀ ਹੈ 27-28 ਤਰੀਕ ਨੂੰ ਰਾਤ ਨੂੰ, ਕਿ ਇੱਕ ਵਾਰੀ ਉਹਨੂੰ ਪੁਲਿਸ ਫੜ ਕੇ ਲੈ ਜਾਏਗੀ ਗਾਜੀਪੁਰ ਬਾਰਡਰ ਤੋਂ, ਸਾਫ਼ ਹੋ ਜਾਂਦਾ ਹੈ। ਸਾਰੇ ਗੁੰਡੇ ਵੀ ਆ ਜਾਂਦੇ ਨੇ, ਕਥਿਤ ਤੌਰ 'ਤੇ ਬੀਜੇਪੀ ਦੇ ਵਰਕਰ ਵੀ ਉੱਥੇ ਪਹੁੰਚ ਜਾਂਦੇ ਨੇ। ਹਰ ਇੱਕ ਬੰਦੇ ਨੂੰ ਇਹ ਹੁੰਦਾ ਕਿ ਗ੍ਰਿਫਤਾਰੀ ਹੁਣ ਹੋਏਗੀ, ਪਰ ਇੱਕ ਭਾਵੁਕ ਅਪੀਲ ਹੋ ਜਾਂਦੀ ਹੈ। ਲੋਕ ਟੋਲੀਆਂ ਬੰਨ੍ਹ ਕੇ ਗਾਜ਼ੀਪੁਰ ਬਾਰਡਰ 'ਤੇ ਪਹੁੰਚ ਜਾਂਦੇ ਨੇ। ਇੱਕੋ ਦਮ ਮਾਹੌਲ ਚੇਂਜ ਹੋ ਜਾਂਦਾ ਅਤੇ ਜਾਨ ਫੂਕ ਜਾਂਦੀ ਹੈ ਕਿਸਾਨੀ ਅੰਦੋਲਨ ਦੇ ਵਿੱਚ, ਜੋ ਪਹਿਲਾਂ ਇੱਕ ਮੋਇਆ ਲੱਗ ਰਿਹਾ ਸੀ। ਸ਼ਕਤੀ ਪ੍ਰਦਰਸ਼ਨ ਹੁੰਦਾ, ਗ੍ਰਿਫਤਾਰੀ ਨਹੀਂ ਹੁੰਦੀ। ਉਸ ਤੋਂ ਬਾਅਦ ਜੇ ਆਪਾਂ ਘਟਨਾਕ੍ਰਮ ਨੂੰ ਕ੍ਰੋਨੋਲੋਜੀ ਨੂੰ ਸਮਝੀਏ ਤਾਂ ਦੀਪ ਸਿੱਧੂ ਆ ਜਿਹੜਾ, ਉਹ ਇਸੇ ਤਰ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਲਹਿਰ ਚਲਾਉਣ ਦੀ ਕੋਸ਼ਿਸ਼ ਕਰਦਾ, ਬੈਕ ਟੂ ਬੈਕ ਲਾਈਵ ਵੀਡੀਓਜ਼ ਪਾ ਕੇ। ਉਸੇ ਲਾਈਵ ਵੀਡੀਓਜ਼ ਦੇ ਕਾਰਨ ਉਹ ਫੜਿਆ ਵੀ ਜਾਂਦਾ, ਜਿਵੇਂ ਕਿ ਇਹ ਦਿੱਲੀ ਪੁਲਿਸ ਨੇ ਕਥਿਤ ਤੌਰ 'ਤੇ ਕਿਹਾ। ਪਰ ਉਹ ਉਨੀ ਭੀੜ ਨਹੀਂ ਨਾਲ ਜੁਟਾ ਪਾਉਂਦਾ। ਕਿਸਾਨ ਜਿਹੜੇ ਨੇ, ਕਿਸਾਨ ਆਗੂ ਨੇ, ਉਹ ਵੀ ਆਪਣੇ ਵੱਲੋਂ ਉਹਦਾ ਭੰਡੀ ਕਰਨੀ ਸ਼ੁਰੂ ਕਰ ਦਿੰਦੇ ਨੇ ਕਿ ਸਾਡਾ ਬੰਦਾ ਨਹੀਂ ਹੈ, ਕਾਰਨਰ ਕਰਕੇ, ਅਤੇ ਉਹਦੀ ਗ੍ਰਿਫਤਾਰੀ ਹੁਣ ਹੋ ਜਾਂਦੀ ਹੈ। ਰਕੇਸ਼ ਟਕੈਤ ਨੇ ਸ਼ਕਤੀ ਪ੍ਰਦਰਸ਼ਨ ਕਰਿਆ, ਉਹਦੀ ਗ੍ਰਿਫਤਾਰੀ ਨਹੀਂ ਹੋਈ। ਦੀਪ ਸਿੱਧੂ ਭੀੜ ਨਹੀਂ ਜੁਟਾ ਪਾਇਆ, ਉਹਦੀ ਗ੍ਰਿਫਤਾਰੀ ਹੋ ਗਈ। ਅਗਲੀ ਕਹਾਣੀ, ਅਗਲਾ ਜਿਹੜਾ ਮੇਨ ਹੁਣ ਦਿੱਲੀ ਦੇ ਅੱਖਾਂ ਦੇ ਵਿੱਚ ਵਿਲਨ ਸੀ, ਉਹ ਲਖਬੀਰ ਸਿੰਘ ਸਿਧਾਣਾ। ਹੁਣ ਇਹਦੀ ਗ੍ਰਿਫਤਾਰੀ ਜਦੋਂ ਹੋਣ ਦੀਆਂ ਚਰਚਾਵਾਂ ਸਾਹਮਣੇ ਆਈਆਂ, ਸੋਸ਼ਲ ਮੀਡੀਆ ਦੇ ਉੱਪਰ 2-3 ਵਾਰੀ ਅਫਵਾਹ ਵੀ ਫੈਲੀ, ਉਸ ਤੋਂ ਬਾਅਦ ਇਹਨੇ ਇਹ ਸ਼ਕਤੀ ਪ੍ਰਦਰਸ਼ਨ ਕਰਤਾ। ਇਹ ਕਹਿੰਦੇ ਆ ਕਿ ਲੱਖਾ ਸਿਧਾਣਾ ਹੁਣ ਬਠਿੰਡਾ ਦੇ ਵਿੱਚ 23 ਤਰੀਕ ਨੂੰ ਆਏਗਾ, ਰੈਲੀ ਕਰੇਗਾ, ਜੇ ਕਿਸੇ ਦੇ ਦਮ ਹੈ ਤਾਂ ਫੜ ਲਓ। ਕਿਵੇਂ ਦੇਖਦੇ ਹੋ? ਦੇਖੋ, ਮੈਂ ਇਸ ਨੂੰ ਇਸ ਤਰੀਕੇ ਦੇਖਦਾ, ਨਰਿੰਦਰ ਸਿੰਘ ਤੋਮਰ ਦੇ ਉਸ ਬਿਆਨ ਨਾਲ ਜੋੜ ਕੇ ਕਿ ਭੀੜਾਂ ਦੇ ਨਾਲ ਜਿਹੜਾ ਕਾਨੂੰਨ ਨਹੀਂ ਰੱਦ ਹੋਣੇ। ਇਹ ਭੀੜਾਂ ਹੀ ਨੇ ਜਿਹੜੀਆਂ ਕਿ ਇਸ ਵੇਲੇ ਪਾਵਰ ਦਿਖਾ ਕੇ ਅਤੇ ਉਹਨਾਂ ਦੇ ਇੰਨਾ ਨੱਕ 'ਚ ਦਮ ਕਰਤਾ ਪੁਲਿਸ ਦੇ ਕਿ ਉਹ ਆਪਣੀਆਂ FIRਾਂ ਦੇ ਵਿੱਚ ਦਰਜ ਕਰਕੇ ਇਹਨਾਂ ਬੰਦਿਆਂ ਨੂੰ ਦੇਸ਼ ਧਰੋਹ ਦੇ ਇਹਨਾਂ ਦੀਆਂ ਚਾਰਜ ਲਗਾਉਣ ਦੇ ਬਾਵਜੂਦ ਵੀ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੇ। ਤੁਸੀਂ ਰਕੇਸ਼ ਟਕੈਤ ਦੀ ਗੱਲ ਕੀਤੀ, ਰਕੇਸ਼ ਟਕੈਤ ਨੂੰ ਵੀ ਇਹ ਫੜਨ ਆ ਗਏ ਸੀਗੇ 27 ਤਰੀਕ ਦੀ ਰਾਤ ਨੂੰ, 27 ਜਨਵਰੀ ਦੀ ਰਾਤ ਨੂੰ। ਉਦੋਂ ਵੀ ਇਹ ਸੀਗਾ ਕਿ ਭੀੜ ਉੱਥੇ ਘਟ ਗਈ ਸੀ, ਲੋਕੀ ਆਪੋ ਆਪਣੇ ਘਰਾਂ ਨੂੰ ਚਲੇ ਗਏ ਸੀ। ਕੁਝ ਬਹੁਤ ਸਾਰੇ ਲੋਕੀ ਉੱਥੇ 1000-2000 ਬੰਦਾ ਹੀ ਰਹਿ ਗਿਆ ਸੀਗਾ। ਅਤੇ ਉਦੋਂ ਵੀ ਜਿਹੜਾ ਬਹੁਤ ਵੱਡੇ ਤਾਦਾਦ ਦੇ ਉਹਦੇ 'ਚ ਪੁਲਿਸ ਉੱਥੇ ਪਹੁੰਚ ਗਈ, ਚਾਰੇ ਪਾਸੋਂ ਘੇਰਾ ਪਾ ਲਿਆ ਵੀ ਅੱਜ ਹੁਣ ਬਾਰਡਰ ਖਾਲੀ ਕਰਾ ਦੇਣਗੇ ਇਹ ਵਾਲੇ, ਅਤੇ ਰਕੇਸ਼ ਟਕੈਤ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਜੀ। ਉਸ ਮੌਕੇ ਵੀ ਰਕੇਸ਼ ਟਕੈਤ ਨੇ ਇੱਕ ਭਾਵੁਕ ਅਪੀਲ ਕੀਤੀ, ਉਹ ਕੰਮ ਕਰ ਗਈ। ਲੋਕੀ ਜਿਹੜੇ ਵਹੀਰਾਂ ਕੱਤ ਕੇ ਉਸ ਬਾਰਡਰ 'ਤੇ ਪਹੁੰਚ ਗਏ ਅਤੇ ਪੁਲਿਸ ਦੀ ਹਿੰਮਤ ਨਹੀਂ ਪਈ ਚੈਲੰਜ ਕਰਨ ਦੇ ਬਾਵਜੂਦ ਰਕੇਸ਼ ਟਕੈਤ ਵੱਲੋਂ ਕਿ ਮੈਨੂੰ ਗ੍ਰਿਫਤਾਰ ਕਰਕੇ ਵਿਖਾਓ। ਉਹ ਭੀੜ ਸੀ। ਫਿਰ ਆਪਾਂ ਗੱਲ ਕਰੀਏ ਦੁਬਾਰਾ ਲੱਖਾ ਸਿਧਾਣਾ ਹੋਣਾ ਦੀ। ਲੱਖਾ ਸਿਧਾਣਾ ਹੋਣੀ ਜਿਹੜੇ ਨੇ, ਉਹ ਵੀ ਹੁਣ ਸ਼ਰੇਆਮ ਅਖਬਾਰਾਂ ਦੇ ਵਿੱਚ ਪਹਿਲਾਂ ਬਿਆਨ ਦਿੰਦੇ ਨੇ, ਮੀਡੀਆ 'ਚ ਬਿਆਨ ਦਿੰਦੇ ਨੇ ਕਿ ਅਸੀਂ 23 ਤਰੀਕ ਨੂੰ ਰੈਲੀ ਕਰਨ ਜਾ ਰਹੇ ਹਾਂ, ਜਿਹਦੇ 'ਚ ਦਮ ਹੈ ਮੈਨੂੰ ਗ੍ਰਿਫਤਾਰ ਕਰਕੇ ਦਿਖਾਵੇ। ਸਾਰੇ ਪਾਸੋਂ ਏਜੰਸੀਆਂ ਅਲਰਟ ਹੋ ਜਾਂਦੀਆਂ ਨੇ ਅਤੇ ਇਹ ਨਹੀਂ ਹੋ ਸਕਦਾ ਵੀ ਕਿਸੇ ਨੂੰ ਪਤਾ ਹੀ ਨਾ ਹੋਵੇ। ਸਭ ਨੂੰ ਪਤਾ ਸੀ ਪਹਿਲਾਂ ਜਿਹੜੀ ਉਹਦੇ 'ਚ ਕਾਰਵਾਈ ਹੋ ਸਕਦੀ ਸੀ, ਘੇਰਾਬੰਦੀ ਹੋ ਸਕਦੀ ਸੀ, ਪਰ ਇਹਦੇ ਬਾਵਜੂਦ ਵੀ ਉੱਥੇ ਭੀੜ ਇੰਨੀ ਕੁ ਆ ਗਈ ਕਿ ਇਹਨੂੰ ਦੇਖ ਕੇ ਵੀ ਲੋਕਾਂ ਦਾ, ਜਾਂ ਜਿਹੜੇ ਸਰਕਾਰੀ ਪੱਖ ਦੇ ਜਿਹੜੇ ਬੰਦੇ ਸੀ ਜਿਨ੍ਹਾਂ ਨੇ FIRਾਂ ਦਰਜ ਕੀਤੀਆਂ, ਜਿਹੜੇ ਕਾਨੂੰਨ ਦੇ ਰਾਖੇ ਸੀ, ਉਹਨਾਂ ਦੀ ਹਿੰਮਤ ਨਹੀਂ ਪਈ ਕਿ ਲੱਖਾ ਸਿਧਾਣਾ ਨੂੰ ਉੱਥੇ ਗ੍ਰਿਫਤਾਰ ਕਰ ਲੈਣ। ਹਾਲਾਂਕਿ ਉਹਦੇ 'ਤੇ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਜੀ। 1 ਲੱਖ ਰੁਪਏ ਦਾ ਇਨਾਮੀ ਜਿਹੜਾ ਇੱਕ ਹੋਰ ਸੀਗਾ ਦੀਪ ਸਿੱਧੂ। ਦੀਪ ਸਿੱਧੂ ਵੀ ਇਹਨਾਂ ਦਾ ਉਨਾ ਹੀ ਅਕਿਊਜ਼ ਦੱਸਿਆ ਜਾ ਰਿਹਾ ਜਿੰਨਾ ਅਕਿਊਜ਼ ਲੱਖਾ ਸਿਧਾਣਾ ਨੇ। 1 ਲੱਖ ਰੁਪਏ ਦਾ ਇਨਾਮ ਦੀਪ ਸਿੱਧੂ 'ਤੇ ਰੱਖਿਆ, ਲੱਖ ਰੁਪਏ ਦਾ ਇਨਾਮ ਲੱਖਾ ਸਿਧਾਣਾ 'ਤੇ ਰੱਖਿਆ, ਯਾਨੀ ਦੋਨੋਂ ਮੇਨ ਟਾਰਗੇਟ ਸੀ। ਪਰ ਇਹਦੇ ਬਾਵਜੂਦ ਵੀ ਦੀਪ ਸਿੱਧੂ ਵੱਲੋਂ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੱਕ ਮੁਹਿੰਮ ਚਲਾਈ ਗਈ ਸੋਸ਼ਲ ਮੀਡੀਆ ਦੇ ਉੱਤੇ, ਲੋਕੀ ਜਿਹੜੇ ਵੀ ਉਸ ਮੇਰੇ ਨਾਲ ਜੁੜਨ, ਉਸੇ ਤਰ੍ਹਾਂ ਭਾਵੁਕ ਅਪੀਲ ਰੋ ਕੇ ਕੀਤੀ ਗਈ ਜਿਸ ਤਰ੍ਹਾਂ ਰਕੇਸ਼ ਟਕੈਤ ਉਹਨਾਂ ਵੱਲੋਂ ਗਈ ਸੀ। ਪਰ ਉਹ ਜਿਹੜੀ ਅਪੀਲ ਹੈ ਉਹ ਕੰਮ ਨਹੀਂ ਕਰ ਸਕੀ, ਕਿਉਂਕਿ ਇੱਥੇ ਮੈਨੂੰ ਇਹ ਕਹਿੰਦਿਆਂ ਕੋਈ ਝਿਜਕ ਨਹੀਂ ਹੋਏਗੀ ਕਿ ਉਹਨਾਂ ਦਾ ਕਿਸਾਨ ਜਥੇਬੰਦੀਆਂ ਨੂੰ, ਜਿਨ੍ਹਾਂ ਉਹਨੂੰ ਆਪਣਾ ਕਹਿੰਦਾ ਸੀ, ਉਹਨਾਂ ਵੱਲੋਂ ਹੀ ਸਾਥ ਛੱਡ ਦਿੱਤਾ ਗਿਆ ਅਤੇ ਭੀੜ ਨਹੀਂ ਇਕੱਠੀ ਹੋਈ ਅਤੇ ਜਿਹੜਾ ਦੀਪ ਸਿੱਧੂ ਹੈ ਉਹ ਗ੍ਰਿਫਤਾਰ ਹੋ ਜਾਂਦਾ। ਹੁਣ ਤੁਸੀਂ ਇਹ ਸਾਰੇ ਵਰਤਾਰੇ ਨੂੰ ਚੈੱਕ ਕਰਕੇ ਦੇਖੋਗੇ ਤਾਂ ਭੀੜ ਉਦੋਂ ਵੀ ਸੀ ਜਦੋਂ ਲਾਲ ਕਿਲ੍ਹੇ ਦੇ ਉੱਤੇ ਜਿਹੜਾ ਉਹ ਹਮਲਾ ਕਰਨ ਜਾਂਦੀ ਹੈ ਭੀੜ ਪੂਰੀ,
ਉਸ ਤੋਂ ਬਾਅਦ ਉਹਦੇ ਤੇ ਨਿਸ਼ਾਨ ਸਾਹਿਬ ਜਾਂ ਉੱਥੇ ਨਿਸ਼ਾਨ ਝੰਡਾ ਲਹਿਰਾਇਆ ਜਾਂਦਾ, ਕੇਸਰੀ ਝੰਡਾ ਲਹਿਰਾਇਆ ਜਾਂਦਾ। ਅਤੇ ਉਸ ਤੋਂ ਬਾਅਦ ਭੀੜ ਇੰਨੀ ਕੁ ਹੁੰਦੀ ਹੈ ਕਿ ਉੱਥੋਂ ਸਾਰਿਆਂ ਦੇ ਵਿੱਚ ਹੋਣ ਦੇ ਬਾਵਜੂਦ ਵੀ ਲੱਖਾਂ ਸਿਧਾਣਾ ਵੀ ਨਿਕਲ ਜਾਂਦੇ ਨੇ ਜੇ ਉਹਨਾਂ ਦਾ ਦੋਸ਼ ਆ ਤਾਂ। ਦੀਪ ਸਿੱਧੂ ਤਾਂ ਵੀਡੀਓਜ਼ ਹੀ ਹੈਗੀਆਂ ਸੀਗੀਆਂ, ਅਤੇ ਬਾਕੀ ਦੇ ਸਾਰੇ ਅਕਿਊਜ਼ ਉੱਥੋਂ ਨਿਕਲ ਜਾਂਦੇ ਨੇ। ਜਿਵੇਂ ਇਹ ਪੁਲਿਸ ਅਕਿਊਜ਼ ਬਣਾਈ ਬੈਠੀ ਆ, ਉੱਥੋਂ ਸਾਰੇ ਨਿਕਲ ਜਾਂਦੇ ਨੇ। ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਉੱਥੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਣ। ਹੁਣ ਇਹ ਭੀੜ ਨਹੀਂ ਤਾਂ ਹੋਰ ਕੀ ਹੈ? ਭੀੜ ਵੱਲੋਂ ਹੀ ਇਹ ਸਾਰਾ ਦਾ ਸਾਰਾ ਜਿਹੜਾ ਵਰਤਾਰਾ ਹੈ ਉਹ ਪੁਲਿਸ ਦੇ ਨੱਕ ਦੇ ਵਿੱਚ, ਸਰਕਾਰ ਦੇ ਨੱਕ ਦੇ ਵਿੱਚ ਦਮ ਕੀਤਾ ਹੋਇਆ। ਇਹ ਭੀੜ ਹੀ ਹੈ ਜਿਹੜੀ ਕਿ ਇਸ ਵੇਲੇ ਲੱਖਾਂ ਦੀ ਤਾਦਾਦ ਵਿੱਚ ਸਾਰੇ ਬਾਰਡਰਾਂ ਦੇ 5 ਦੇ 5 ਬਾਰਡਰਾਂ ਦੇ ਉੱਤੇ ਬੈਠੀ ਹੈ, ਅਤੇ ਉੱਥੇ ਸਰਕਾਰ ਨੂੰ, ਉਹ ਸਰਕਾਰ ਨੂੰ ਜਿਹਦਾ ਇਤਿਹਾਸ ਹੈ ਕਿ ਅੱਜ ਤੱਕ ਜਿਹੜਾ ਫੈਸਲਾ ਬੀਜੇਪੀ ਸਰਕਾਰ ਵੱਲੋਂ ਕਰ ਦਿੱਤਾ ਗਿਆ, ਜਿਹੜੇ ਕਾਨੂੰਨ ਲਾਗੂ ਕਰ ਦਿੱਤੇ ਗਏ, ਜੋ ਕੁਝ ਵੀ ਹੁਕਮ ਜਾਰੀ ਕਰ ਦਿੱਤੇ ਗਏ, ਉਹ ਅਜੇ ਤੱਕ ਵਾਪਸ ਨਹੀਂ ਲਏ ਗਏ। ਇਹ ਭੀੜ ਹੀ ਹੈ ਜਿਹਨੇ 10 ਕੇ 11 ਦੌਰ ਦੀ ਜਿਹੜੀ ਗੱਲਬਾਤ ਹੈ ਉਹ ਇਹਨਾਂ ਕੋਲੋਂ ਕਰਵਾਉਣੀ ਦੀ ਮਜਬੂਰ ਕਰ ਦਿੱਤਾ ਗਿਆ। ਪਰ ਕੁਲਵੰਤ ਜੀ, ਇੱਥੇ ਇੱਕ ਕਾਊਂਟਰ ਕੁਐਸਚਨ ਮੇਰਾ ਇਹ ਹੈ ਕਿ ਜਦੋਂ ਆਪਾਂ ਭੀੜਤੰਤਰ ਦੀ ਗੱਲ ਕਰਦੇ ਹਾਂ, ਜੇ ਸਿੱਧੀ ਭਾਸ਼ਾ ਦੇ ਵਿੱਚ ਆਈਏ, ਲੋਕਤੰਤਰ ਤੇ ਭੀੜਤੰਤਰ ਦੇ ਵਿੱਚ ਫਰਕ ਹੁੰਦਾ। ਲੋਕਤੰਤਰ ਦੇ ਵਿੱਚ ਲੋਕਾਂ ਦੀ ਸੁਣੀ ਜਾਂਦੀ ਹੈ, ਭੀੜਤੰਤਰ ਦੇ ਵਿੱਚ ਸਿਰਫ ਭੀੜ ਦੀ ਸੁਣੀ ਜਾਂਦੀ ਹੈ, ਉਹਦੀ ਕੋਈ ਸ਼ਕਲ ਨਹੀਂ ਹੁੰਦੀ। ਜੇਕਰ ਆਪਾਂ ਗੱਲ ਕਰੀਏ ਕਿ ਹੁਣ ਦਾ ਪ੍ਰਤੀਕਰਮ ਦੇਖੀਏ ਕਿ ਭੀੜਾਂ ਲਹਿਰਾਂ ਨੂੰ ਚਲਾ ਰਹੀਆਂ ਨੇ, ਭੀੜਾਂ ਦਿਸ਼ਾ ਦੇ ਰਹੀਆਂ ਨੇ ਦੇਸ਼ ਨੂੰ, ਜਦੋਂ ਇਹੀ ਇੱਕ ਭੀੜ ਹੁਣ ਇੱਥੇ ਕੁਝ ਚੰਦ ਲੱਖ ਲੋਕ ਨੇ। ਜੇਕਰ ਆਪਾਂ ਗੱਲ ਕਰੀਏ ਥੋੜ੍ਹਾ ਪਿੱਛੇ ਜਾਈਏ 3-4 ਸਾਲ, ਜਦੋਂ ਸਰਸੇ ਵਾਲੇ ਬਾਬੇ ਦੀ ਗ੍ਰਿਫਤਾਰੀ ਹੋਈ ਸੀ, ਉਦੋਂ ਭੀੜਾਂ ਨੇ ਜਿਹੜੀ ਟਰਾਈ ਸਿਟੀ ਹੈ, ਚੰਡੀਗੜ੍ਹ ਹੈ, ਮੋਹਾਲੀ ਹੈ ਜਾਂ ਪੰਚਕੂਲਾ ਹੈ, ਸਾਰਾ ਜਾਮ ਕਰ ਦਿੱਤਾ ਸੀ। ਖੱਟਰ ਸਰਕਾਰ ਵੀ ਉਸ ਟਾਈਮ ਕੁਐਸਚਨਿੰਗ ਦੇ ਵਿੱਚ ਆਈ ਸੀਗੀ, ਪਰ ਉਦੋਂ ਜਦੋਂ CBI ਕੋਰਟ ਦੇ ਸਪੈਸ਼ਲ ਕੋਰਟ ਨੇ ਜਦੋਂ ਗ੍ਰਿਫਤਾਰੀ ਸੁਣਾਈ ਤਾਂ ਪੁਲਿਸ ਨੇ ਲੱਤਾਂ ਤੋੜ ਕੇ ਜਿਹੜੀ ਭੀੜ ਦੀਆਂ ਨੇ ਤਾਂ ਉਹਨਾਂ ਦਾ ਬਾਬਾ ਵਿੱਚੋਂ ਕੱਢ ਕੇ ਲੈ ਗਏ ਸੀ। ਇਸੇ ਤਰ੍ਹਾਂ ਜੇ ਆਪਾਂ ਦੇਖੀਏ ਕਿ ਕਸ਼ਮੀਰ ਦੇ ਵਿੱਚ ਭੀੜ ਦੀ ਕੋਈ ਘਾਟ ਨਹੀਂ ਹੈਗੀ। ਕਸ਼ਮੀਰ ਦੇ ਵਿੱਚ ਵੀ ਕਿਸ ਤਰ੍ਹਾਂ ਉਹਨੂੰ ਇੱਕ ਯੋਜਨਾਬੰਦ ਤਰੀਕੇ ਨਾਲ ਕਾਰਨਰ ਕਰਕੇ ਇਸ ਟਾਈਮ ਪ੍ਰੈਜ਼ੀਡੈਂਸ਼ੀਅਲ ਰੂਲ ਉੱਥੇ ਚਲਾਇਆ ਜਾ ਰਿਹਾ। ਭੀੜਾਂ ਤਾਂ ਉੱਥੇ ਵੀ ਸੀ, ਫਿਰ ਉੱਥੇ ਸਰਕਾਰ ਦੇ ਇਹ ਡਬਲ ਸਟੈਂਡਰਡ ਕਿਉਂ ਦਿਖ ਰਹੇ ਆ? ਦੇਖੋ, ਇਹ ਜਿੰਨੇ ਵੀ ਮਸਲੇ ਤੁਸੀਂ ਗਿਣਾਏ ਨੇ ਹੁਣ ਤੱਕ ਜੀ, ਇਹ ਸਾਰੇ ਦੇ ਸਾਰੇ ਮਸਲੇ ਇੰਨੇ ਜ਼ਿਆਦਾ ਹਾਈਲਾਈਟ ਉਸ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਨੇ ਉਹ ਨਹੀਂ ਹੋਏ। ਭਾਵੇਂ ਕਿ ਕਸ਼ਮੀਰ ਦਾ ਮੁੱਦਾ ਜਿਹੜਾ ਉਹ ਇਸ ਟਾਈਮ ਚੁੱਕ ਰਹੇ ਨੇ, ਪਾਕਿਸਤਾਨ ਚੁੱਕਦਾ ਰਿਹਾ, ਅਤੇ ਉਸ ਮਾਮਲੇ ਨੂੰ ਅਗਰ ਦੇਖਿਆ ਜਾਵੇ, ਪਰ ਉਸ ਕਸ਼ਮੀਰ ਦਾ ਮੁੱਦਾ ਜਿਹੜਾ ਹੈਗਾ ਉਹ ਹੈਗਾ ਦੇਸ਼ ਬਚਾਓ ਮੁੱਦਾ। ਉਹਦੇ ਵਿੱਚ ਉਹ ਭਾਰਤ ਦੀ ਘੰਡੀ ਤੋੜਨ ਦੀ ਗੱਲ ਕਰ ਰਹੇ ਨੇ, ਮਰਦਾ ਕੀ ਨਾ ਕਰਦਾ ਵਾਲੀ ਗੱਲ ਨਾ ਕਰਦਾ। ਉੱਥੇ ਦੇਸ਼ ਨਾਲੋਂ ਅੱਡ ਕਰਨ ਦੀ ਗੱਲ ਹੋ ਰਹੀ ਹੈ। ਉੱਥੇ ਉਹਨਾਂ ਨੂੰ, ਉੱਥੇ ਜੇਕਰ ਕੁਝ ਕਾਰਵਾਈ ਹੁੰਦੀ ਵੀ ਹੈ ਤਾਂ ਜਿਹੜਾ ਬਾਕੀ ਦਾ ਭਾਰਤ ਆ ਉਹ ਚੁੱਪ ਹੈ। ਉੱਥੇ ਸਿਰਫ ਕਸ਼ਮੀਰ ਦੇ ਲੋਕੀ ਨੇ, ਜੋ ਕੁਝ ਵੀ ਹੋ ਰਿਹਾ ਉੱਥੇ ਉਹਨਾਂ ਦੇ ਨਾਲ ਜੋ ਕੁਝ ਵੀ ਹੋ ਰਿਹਾ ਉਹਦੇ ਮੁਤਾਬਕ ਚੱਲ ਰਹੇ ਨੇ। ਦੂਜੀ ਗੱਲ ਤੁਸੀਂ ਕੀਤੀ ਹੈਗੀ ਹੈ ਰਾਮ ਰਹੀਮ ਦੀ, ਸਰਸੇ ਵਾਲੇ ਦੀ ਜੀ। ਸਰਸੇ ਵਾਲੇ ਦੇ ਮਾਮਲੇ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਸਰਸੇ ਵਾਲਾ ਜਿਹੜਾ ਸਾਧ ਸੀ ਉਹ ਆਲਰੇਡੀ ਪੁਲਿਸ ਦੀ ਕਸਟਡੀ ਦੇ ਵਿੱਚ ਸੀ। ਉਹ ਉੱਥੇ ਪਹੁੰਚ ਚੁੱਕਿਆ ਸੀ, ਪੁਲਿਸ ਦੀ ਕਸਟਡੀ ਦੇ ਵਿੱਚ ਸੀ। ਪੁਲਿਸ ਦੀ ਕਸਟਡੀ ਦੇ ਵਿੱਚੋਂ ਅਗਰ ਨਿਕਲ ਕੇ ਜਾਂਦਾ ਤਾਂ ਫਿਰ ਬੜੀ ਵੱਡੀ ਕਿਰਕਰੀ ਹੋਣੀ ਸੀ। ਦੂਜੀ ਗੱਲ, ਕੋਰਟ ਦੇ ਵਿੱਚ ਇਹ ਫੈਸਲਾ ਸੁਣਾਇਆ ਗਿਆ ਸੀ। ਅਦਾਲਤ ਵੱਲੋਂ ਜੋ ਫੈਸਲਾ ਸੁਣਾਇਆ ਗਿਆ, ਹੁਕਮ ਦਿੱਤੇ ਗਏ, ਉਸ ਨੂੰ ਇਨ ਬਿਨ ਲਾਗੂ ਕਰਨਾ ਜਿਹੜਾ ਉਹ ਜਿਹੜਾ ਪੁਲਿਸ ਦੇ ਉੱਤੇ ਜਿਹੜਾ ਉਹ ਮਜਬੂਰੀ ਬਣ ਚੁੱਕਿਆ ਸੀ। ਅਦਾਲਤੀ ਹੁਕਮਾਂ ਦੇ ਨਾਲ ਹੀ ਸਾਰਾ ਕੁਝ ਉੱਥੇ ਕੀਤਾ ਗਿਆ ਸੀ। ਉਹ ਕਸਟਡੀ ਦੇ ਵਿੱਚ ਆਇਆ ਹੋਇਆ ਬੰਦਾ, ਉਸ ਨੂੰ ਨਹੀਂ ਉਹ ਜਾਣ ਦੇ ਸਕਦੇ ਕਿਸੇ ਹਾਲਤ ਵਿੱਚ, ਕਿਉਂਕਿ ਜੇ ਉਹ ਜਾਣ ਦਿੰਦੇ ਤਾਂ ਉਹ ਕਿਸੇ ਨਾ ਕਿਸੇ ਦੀ, ਸਾਰਿਆਂ ਦੀ, ਜਿੰਨੇ ਬੰਦੇ ਉਹਨਾਂ ਦੇ ਹੋਣੇ ਸੀ ਉਹਨਾਂ ਸਾਰਿਆਂ ਦੀ ਨੌਕਰੀਆਂ ਚਲੀਆਂ ਜਾਣੀਆਂ ਸੀ। ਪਰ ਕੁਲਵੰਤ ਜੀ, ਕੀ ਇੱਥੇ ਇਹ ਕਹਿਣਾ ਠੀਕ ਨਹੀਂ ਹੋਏਗਾ ਕਿ ਜਿਹੜਾ ਕਿ ਦਿੱਲੀ ਦੇ ਜਿੰਨੇ ਵੀ ਬਾਰਡਰ ਹੈ, ਟੀਕਰੀ ਹੈ, ਸਿੰਘੂ ਹੈ ਜਾਂ ਗਾਜ਼ੀਪੁਰ ਬਾਰਡਰ ਹੈ, ਉਹ ਇੱਕ ਤਰ੍ਹਾਂ ਦੀ ਓਪਨ ਜੇਲ੍ਹ ਵਾਂਗੂ ਹੋਇਆ ਪਿਆ। ਹੁਣ ਚਾਰੇ ਪਾਸੋਂ ਉਹਨਾਂ ਨੂੰ ਬੰਦ ਕਰ ਰੱਖਿਆ। ਉਹਨਾਂ ਨੂੰ ਜੇਲ੍ਹ ਦੇ ਵਿੱਚ ਜੇ ਓਰੀਜਨਲ ਜੇਲ੍ਹਾਂ ਦੇ ਵਿੱਚ ਸੁੱਟਣ ਦੀ ਲੋੜ ਹੀ ਨਹੀਂ, ਉਹਨਾਂ ਨੇ ਚਾਰੇ ਪਾਸੋਂ ਉਹਨਾਂ ਨੂੰ ਬੰਦ ਕਰਿਆ। ਜਦੋਂ ਦਿਲ ਕਰਦਾ ਉਹਨਾਂ ਦਾ ਇੰਟਰਨੈਟ ਬੰਦ ਕਰ ਦਿੰਦੇ ਨੇ, ਜਦੋਂ ਦਿਲ ਕਰਦਾ ਉਹਨਾਂ ਨੂੰ ਮਨੁੱਖੀ ਸੇਵਾਵਾਂ ਦੇਣ ਤੋਂ ਵੀ ਮਨ੍ਹਾ ਕਰ ਦਿੰਦੇ ਨੇ। ਬੜਾ ਕਨਵੀਨੀਅੰਟ ਚੱਲ। ਨਹੀਂ, ਇਹ ਮੈਂ ਇਹਨੂੰ ਜੇਲ੍ਹ ਦੇ ਨਾਲ ਥੋੜ੍ਹਾ ਜਿਹਾ ਡਿਫਰੈਂਟ ਹੈ ਉਹਦੇ ਨਾਲੋਂ, ਕਿਉਂਕਿ ਜੇਕਰ ਜੇਲ੍ਹ ਹੁੰਦੀ ਤਾਂ ਨਾ ਕੋਈ ਅੰਦਰੋਂ ਉੱਥੇ ਜਾ ਸਕਦਾ ਤੇ ਨਾ ਹੀ ਅੰਦਰੋਂ ਬਾਹਰ ਨਿਕਲ ਸਕਦਾ। ਪਰ ਇਹਦੇ 'ਚ ਉਲਟ ਹੋ ਰਿਹਾ। ਉੱਥੇ ਲੋਕੀ ਜਾ ਵੀ ਰਹੇ ਨੇ ਤੇ ਉੱਥੋਂ ਵਾਪਸ ਵੀ ਆ ਰਹੇ ਨੇ। ਉੱਥੇ ਰਸਦ ਵੀ ਪਹੁੰਚ ਰਹੀ ਹੈ, ਉੱਥੇ ਹਰ ਚੀਜ਼ ਪਹੁੰਚ ਰਹੀ ਹੈ, ਭਾਵੇਂ ਕਿ ਵਿੱਚ ਇਹ ਰੋਕਣ ਦੀ ਕੋਸ਼ਿਸ਼ ਕਰਦੇ ਨੇ, ਪਰ ਇਹ ਉੱਥੇ ਪਹੁੰਚ ਰਹੇ ਨੇ, ਸਾਰਾ ਕੁਝ ਪਹੁੰਚ ਰਿਹਾ। ਇਸ ਨੂੰ ਆਪਾਂ ਓਪਨ ਜੇਲ੍ਹ ਦੇ ਨਾਲ ਜੋੜਨਾ ਥੋੜ੍ਹਾ ਜਿਹਾ ਮੈਨੂੰ ਲੱਗਦਾ ਗਲਤ ਹੋਏਗਾ। ਪਰ ਨਾਲ ਹੀ ਹੁਣ ਆਪਾਂ ਜੇਕਰ ਭੀੜ ਦੀ ਗੱਲ ਕਰੀਏ, ਹੁਣ ਇਸ ਭੀੜ ਦੀ ਗੱਲ ਕਰੀਏ, ਜਿੱਦਾਂ ਤੁਸੀਂ ਤੀਜਾ ਮਸਲਾ ਚੱਕਿਆ ਸੀਗਾ ਕਿ ਇਹ ਵਾਲਾ ਮਸਲਾ ਜਿਹੜਾ 5 ਬਾਰਡਰਾਂ ਦੇ ਉੱਤੇ ਦਿੱਲੀ ਦੇ ਆਲੇ ਦੁਆਲੇ ਹੈਗਾ, ਇਹ ਜਿਹੜੀ ਭੀੜ ਹੈ, ਇਹ ਭੀੜ ਡਿਫਰੈਂਟ ਭੀੜ ਹੈ, ਵੱਖ ਭੀੜ ਹੈ। ਇਹਦੇ ਵਿੱਚ ਮਸਲੇ ਜਿਹੜੇ ਇਸ ਤਰ੍ਹਾਂ ਦੇ ਹੈਗੇ ਨੇ, ਜਿਹੜੇ ਕਿਸਾਨਾਂ ਨਾਲ 80% ਜਿਹੜਾ ਭਾਰਤ ਦੀ ਆਬਾਦੀ ਜਿਹੜੀ ਹੈਗੀ ਆ ਉਹ ਪਿੰਡਾਂ 'ਚ ਵਸਦੀ ਹੈ।
ਮਤਲਬ ਕਿ ਸਿੱਧਾ ਦਾ ਸਿੱਧਾ ਉਹਨਾਂ ਦਾ ਸੰਬੰਧ ਜਿਹੜਾ ਉਹ ਖੇਤੀ ਨਾਲ ਹੈ। ਤੇ ਜਿਹੜੀ ਬਾਕੀ 20% ਹੈ ਉਹ ਵੀ ਖੇਤੀ ਦੀ ਉੱਤੇ ਹੀ ਨਿਰਭਰ ਕਰ ਰਹੀ ਹੈ। ਜਿਹੜੀ ਇਕਨੋਮੀ ਹੈ ਉਹ ਸਾਰੀ ਦੀ ਸਾਰੀ ਜਿਹੜੀ ਆ ਉਹ ਖੇਤੀ ਤੇ ਨਿਰਭਰ ਕਰ ਰਹੀ ਹੈ। ਅੱਜ ਕਿਸਾਨ ਜੇਕਰ ਉੱਥੇ ਜਾ ਕੇ ਬੈਠ ਗਏ ਨੇ ਤਾਂ ਤੁਸੀਂ ਦੇਖੋ ਵੀ ਵਪਾਰ ਨੂੰ ਕਿੰਨੀ ਮੰਦੀ ਚ ਆ ਗਿਆ ਉਹ ਸਾਰਾ ਦਾ ਸਾਰਾ। ਇਸੇ ਕਰਕੇ ਹੀ ਜਿਹੜੇ ਜਿੰਨੇ ਵਪਾਰੀ ਵਰਗ ਨੇ, ਜਿੰਨਾ ਸ਼ਹਿਰੀ ਦੇ ਵਿੱਚ ਵਕੀਲ ਭਾਈਚਾਰਾ, ਹੋਰ ਜਿੰਨੇ ਵੀ ਹੈਗੇ ਨੇ, ਇਹ ਸਾਰੇ ਦੇ ਸਾਰੇ ਇਹਨਾਂ ਦੀ ਸਪੋਰਟ 'ਚ ਇਸ ਕਰਕੇ ਆ ਗਏ ਨੇ ਕਿਉਂਕਿ ਇਹਨਾਂ ਦਾ ਸਾਰਿਆਂ ਦੇ ਉੱਤੇ ਅਸਰ ਪੈ ਰਿਹਾ ਹੈ ਇਸ ਚੀਜ਼ ਦਾ। ਤੇ ਇੱਕ ਇੱਕ ਚੀਜ਼ ਜਿਹੜੀ ਇਹਦੇ ਉੱਤੇ ਨਿਰਭਰ ਕਰ ਰਹੀ ਹੈ। ਇਸ ਲਈ ਹੀ ਇਹਨਾਂ ਨੇ ਉਸ ਨੂੰ ਲੋਕ ਜਦੋਂ ਵੱਡੀ ਸਪੋਰਟ ਮਿਲਦੀ ਹੈ, ਕੱਲੀ ਇੱਥੇ ਇਹ ਨਾ ਦੇਖੋ ਵੀ ਜੇ ਤੁਸੀਂ ਕਸ਼ਮੀਰ ਦੀ ਗੱਲ ਕੀਤੀ ਤਾਂ ਉਹ ਸਿਰਫ ਕਸ਼ਮੀਰ ਦੇ ਵਿੱਚ ਸੀ, ਜੇ ਤੁਸੀਂ ਸਰਸੇ ਵਾਲੇ ਦੀ ਗੱਲ ਕੀਤੀ ਤਾਂ ਉਹ ਇੱਕ ਖਾਸ ਫਿਰਕੇ ਦੇ ਲੋਕ ਸੀ ਉਹਦੇ ਵਿੱਚ। ਇੱਥੇ ਜਿਹੜੇ ਕਿਸਾਨ ਹੈ, ਕਿਸਾਨ ਜਿਹੜੇ ਨੇ ਉਹ ਪੂਰੇ ਹਿੰਦੁਸਤਾਨ ਦੇ ਨੇ। ਉਹ ਤਾਮਿਲਨਾਡੂ 'ਚ ਵੀ ਆ ਰਹੇ ਨੇ, ਉਹ ਗੁਜਰਾਤ 'ਚੋਂ ਵੀ ਆ ਰਹੇ ਨੇ, ਉਹ ਤੁਸੀਂ ਝਾਰਖੰਡ 'ਚੋਂ ਵੀ ਆ ਰਹੇ ਨੇ, ਉੱਤਰਾਖੰਡ 'ਚੋਂ ਵੀ ਆ ਰਹੇ ਨੇ, ਯੂਪੀ 'ਚੋਂ ਵੀ ਆਪਣਾ ਰਾਜਸਥਾਨ 'ਚੋਂ ਵੀ ਆ ਰਹੇ ਨੇ, ਪੰਜਾਬ, ਹਰਿਆਣਾ, ਹਿਮਾਚਲ, ਸਾਰੇ ਦੇਸ਼ 'ਚੋਂ ਜਿਹੜੇ ਕਿਸਾਨ ਆ ਰਹੇ ਨੇ। ਮਹਾਰਾਸ਼ਟਰ ਦੇ ਵਿੱਚ ਤਾਂ ਉੱਥੇ ਰੈਲੀਆਂ ਵੀ ਹੋਈਆਂ ਨੇ। ਉੱਥੇ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਇਹ ਅੰਦੋਲਨ ਚੱਲ ਰਿਹਾ। ਇਸ ਨੂੰ ਤੁਸੀਂ ਇਕੱਲੇ ਨਹੀਂ ਕਰਕੇ ਵੇਖ ਸਕਦੇ ਵੀ ਇਹ ਇੱਕ ਪਾਸੇ ਜਿਹੜੀ ਇਕੱਲੀ ਭੀੜ ਹੈ, ਇਹ ਇੱਕ ਲੋਕ ਮੁੱਦਾ ਬਣ ਚੁੱਕਿਆ ਤੇ ਇਸ ਮੁੱਦੇ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਵੱਡਾ ਰੌਲਾ ਪੈ ਚੁੱਕਿਆ। ਜੇ ਤੁਸੀਂ ਦੇਖੋ ਤਾਂ ਬਰਤਾਨੀਆ ਦੇ ਵਿੱਚ ਜਿਹੜੀ ਇੱਕ ਪਟੀਸ਼ਨ ਪਾਈ ਗਈ ਸੀ, ਉਸ ਨੂੰ ਲੈ ਕੇ ਇੱਕ ਸੰਸਦ ਵਿੱਚ ਬਹਿਸ ਵੀ ਹੋ ਗਈ। ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਜਿਹੜੇ ਇਹਦੇ ਉੱਤੇ ਬਿਆਨ ਆ ਗਏ। ਅਮਰੀਕਾ ਦੇ ਵਿੱਚੋਂ ਜਿਹੜੇ ਉਹ ਰਿਹਾਨਾ ਵਰਗੇ ਜਿਨ੍ਹਾਂ ਦੇ ਕਰੋੜਾਂ ਫਾਲੋਅਰਸ ਨੇ, ਉਹਨਾਂ ਵੱਲੋਂ ਜਿਹੜੇ ਇਸ ਮੁੱਦੇ ਨੂੰ ਜਿਹੜਾ ਉਹ ਉਭਾਰਿਆ ਗਿਆ। ਵੱਖ-ਵੱਖ ਮੇਅਰ ਵੀ ਇਹਦੇ ਉੱਤੇ ਗੱਲ ਕਰ ਰਹੇ ਨੇ। ਥਨਬਰਗ ਜਿਹੜੀ ਸੀਗੀ, ਜਿਹੜੀ UN ਦੀ ਪ੍ਰਤੀਨਿਧੀ ਕਿ ਉਹਨੇ ਪ੍ਰਤੀਨਿਧਤਾ ਕੀਤੀ ਉੱਥੇ, ਉਸ ਦੇ ਉੱਤੇ ਜਦੋਂ ਪਰਚਾ ਦਰਜ ਹੋਇਆ ਤਾਂ ਇਹ ਹੋਰ ਵੱਡਾ ਬਣ ਗਿਆ। ਤੇ ਇੱਕ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਇਹ ਮਸਲਾ ਚੱਕਿਆ ਜਾ ਚੁੱਕਿਆ। ਇਸ ਕਰਕੇ ਇਸ ਨੂੰ ਆਪਾਂ ਜੇ ਇਕੱਲੀ ਇੱਕ ਛੋਟੀ ਭੀੜ ਕਹਿ ਦਈਏ, ਕੁਝ ਲੱਖ ਭੀੜ ਕਹਿ ਦਈਏ, ਤਾਂ ਮੈਨੂੰ ਲੱਗਦਾ ਇਹ ਗਲਤ ਹੋਏਗਾ। ਇਹੀ ਕਾਰਨ ਹੈ ਕਿ ਸਰਕਾਰ ਜਿਹੜੀ ਹੈ ਇਸ ਭੀੜ ਨੂੰ ਹੱਥ ਪਾਉਣ ਦੇ ਉੱਤੋਂ ਗੁਰੇਜ਼ ਕਰ ਰਹੀ ਹੈ। ਭਾਵੇਂ ਕਿ ਸਰਕਾਰ ਦਾ ਇਸ ਵੇਲੇ ਨੱਕ ਦਾ ਸਵਾਲ ਬਣਿਆ ਹੋਇਆ ਕਿ ਇਹ ਜੇਕਰ ਅਸੀਂ ਕਾਨੂੰਨ ਵਾਪਸ ਲੈਂਦੇ ਹਾਂ ਤਾਂ ਪਿੱਛੋਂ ਜਿਹੜਾ ਉਹ ਕਿਸਾਨ ਕੁੱਟਦੇ ਨੇ ਤੇ ਅੱਗੋਂ ਜਿਹੜੇ ਉਹ ਕਾਰਪੋਰੇਟ ਕੁੱਟਦੇ ਨੇ। ਸਾਡਾ ਦੋਨੇ ਪਾਸੇ ਜਿਹੜਾ ਨੁਕਸਾਨ ਹੈ। ਹੁਣ ਇਸ ਵੇਲੇ ਸੱਪ ਦੇ ਮੂੰਹ 'ਚ ਕੋੜ ਕਿਰਦੀ ਵਾਲਾ ਕੰਮ ਹੋਇਆ ਹੋਇਆ। ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਤ ਕਿਹਦੀ ਹੁੰਦੀ ਆ। ਮੈਂ ਇੱਕ ਵਾਰੀ ਕਹਾਂਗਾ ਕਿ ਹਾਲਾਤ ਉਹ ਬਣੇ ਹੋਏ ਨੇ, ਇੱਕ ਜਿਹੜਾ ਉਹ ਆਪਣੀ ਜਾਨ ਬਚਾਉਣ ਲਈ ਭੱਜ ਰਿਹਾ, ਇੱਕ ਜਿਹੜਾ ਉਹ ਆਪਣੀ ਭੁੱਖ ਬਚਾਉਣ ਲਈ ਭੱਜ ਰਿਹਾ। ਜਾਨ ਬਚਾਉਣ ਵਾਲਾ ਜਿਹੜਾ ਉਹ ਹਮੇਸ਼ਾ ਜਿੱਤੇਗਾ ਹੀ ਜਿੱਤੇਗਾ। ਤੇ ਜੇਕਰ ਭੁੱਖ ਮਿਟਾਉਣ ਵਾਲਾ ਜਿੱਤਦਾ ਤਾਂ ਉਹਦਾ ਸਾਥ ਕਿਸੇ ਨੇ ਵੀ ਦੇਣਾ ਨਹੀਂ। ਜੀ, ਕੱਲ੍ਹ ਪਰਸੋਂ ਖੱਟੜ ਸਾਹਿਬ ਦਾ ਬਿਆਨ ਆਇਆ, ਜਿਨ੍ਹਾਂ ਦੇ ਪਿੱਛੇ ਵੀ ਬਿਆਨ ਬਹੁਤ ਚਰਚਾ ਦੇ ਵਿੱਚ ਰਹੇ ਆ, ਹਰਿਆਣਾ ਦੇ CM ਨੇ। ਉਹਨਾਂ ਦਾ ਬਿਆਨ ਆਇਆ ਕਿ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾ ਕੇ ਜਾਂ ਲੋਕਾਂ ਨੂੰ ਹਰਾਸ ਕਰਕੇ ਜੇ ਲੋਕੀ ਸੋਚਦੇ ਨੇ ਕਿ ਇਹ ਕਾਨੂੰਨ ਰੱਦ ਕਰਾ ਲੈਣਗੇ ਤਾਂ ਇਹ ਅਜਿਹਾ ਨਹੀਂ ਹੋਏਗਾ। ਰੈਵਨਿਊ ਦੀ ਗੱਲ ਕਰਦੇ ਆ, ਕਹਿੰਦੇ ਨੁਕਸਾਨ ਹੋ ਰਿਹਾ ਹੈ ਨਾ। GDP ਨੂੰ ਵੀ ਜਿਹੜਾ ਸਿਰਫ ਕਿਸਾਨਾਂ ਦੇ ਦਮ 'ਤੇ ਹਜੇ ਤੱਕ GDP ਚੱਲ ਰਹੀ ਸੀ, ਉਹ ਵੀ ਇੱਕ ਤਰ੍ਹਾਂ ਦੀ ਡਾਊਨ ਆਈ ਹੈ। ਹੁਣ ਜੇਕਰ ਆਪਾਂ ਪ੍ਰਤੱਖ ਦੇਖੀਏ, ਸੱਚ ਦੇਖੀਏ ਇਹਦੇ ਵਿੱਚ ਕੀ ਹੈ, ਤਾਂ ਪਬਲਿਕ ਪ੍ਰੋਪਰਟੀ ਹੈ ਜਿਹੜੇ ਨੈਸ਼ਨਲ ਹਾਈਵੇਜ਼ ਨੇ। ਨੈਸ਼ਨਲ ਹਾਈਵੇਜ਼ ਨੂੰ ਖੱਟਰ ਸਰਕਾਰ ਨੇ ਪੱਟਿਆ। ਉਸ ਤੋਂ ਬਾਅਦ ਜਿੰਨੀ ਪੁਲਿਸ ਫੋਰਸ ਲੱਗੀ ਆ, ਵਾਟਰ ਕੈਨਨ ਲੱਗੇ ਆ, ਪਾਣੀ ਦਾ ਨੁਕਸਾਨ ਹੋਇਆ, ਜਾਨੀ ਮਾਲੀ ਨੁਕਸਾਨ ਹੋਇਆ ਉੱਥੇ। ਉਹਦਾ ਤੁਸੀਂ ਦੇਖਦੇ ਹੋ ਕਿ ਕੋਈ ਵੀ ਇਹੋ ਜਿਹਾ ਤਰੀਕਾ ਹੈ ਵੀ ਜਿਹਦੇ ਤੋਂ ਇਹ ਸਰਕਾਰ ਨੂੰ ਪੁੱਛਿਆ ਜਾ ਸਕੇ, ਖੱਟਰ ਸਰਕਾਰ ਨੂੰ, ਕਿ ਤੁਸੀਂ ਇਹ ਪੈਸਾ ਕਿਉਂ ਯੂਜ਼ ਕੀਤਾ। UN ਨੇ ਹਾਲੇ ਕਿ ਇੱਕ ਭਾਰਤ ਸਰਕਾਰ ਨੂੰ ਇੱਕ ਪ੍ਰਸ਼ਨ ਭੇਜੇ ਹੈ ਕਿ ਤੁਸੀਂ ਸਾਨੂੰ ਸ਼ੋ ਕਾਜ਼ ਨੋਟਿਸ ਭੇਜਿਆ ਵੀ ਤੁਸੀਂ ਦੱਸੋ ਕਿ ਤੁਸੀਂ ਜਿਹੜੇ ਸ਼ਾਂਤਮਈ ਕਿਸਾਨ ਜਾ ਰਹੇ ਸੀ ਉਹਨਾਂ ਦੇ ਵਿੱਚ ਹਰਿਆਣੇ ਦੇ ਵਿੱਚ ਅਜਿਹਾ ਤਸ਼ੱਦਦ ਕਿਉਂ ਹੋਇਆ। ਤੁਸੀਂ ਐਜ਼ ਅ ਟੈਕਸ ਪੇਅਰ ਤੁਸੀਂ ਵੀ ਟੈਕਸ ਪੇ ਕਰਦੇ ਹੋ, ਤੁਸੀਂ ਇਹ ਸਵਾਲ ਸੋਚਦੇ ਹੋ ਕਿ ਕਿਤੇ ਪੁੱਟ ਕੀਤਾ ਜਾ ਸਕਦਾ ਕਿ ਹਰਿਆਣਾ ਗੌਰਮੈਂਟ ਨੇ ਜਿਹੜਾ ਸਾਡੇ ਟੈਕਸ ਦਾ ਪੈਸਾ ਹੈ ਉਹਨੂੰ ਇਸ ਤਰ੍ਹਾਂ ਬਰਬਾਦ ਕਿਉਂ ਕੀਤਾ, ਉਹ ਜਿਹੜਾ ਕਿ ਗੈਰ ਕਾਨੂੰਨੀ ਹੈ। ਦੇਖੋ, ਇਸ ਵੇਲੇ ਹਾਲਾਤ ਉਹ ਬਣੇ ਹੋਏ ਨੇ ਕਿ ਅੰਧੇਰ ਨਗਰੀ ਚੌਪਟ ਰਾਜਾ। ਇਸ ਵੇਲੇ ਕੋਈ ਪੁੱਛਣ ਵਾਲਾ ਨਹੀਂ ਹੈਗਾ ਜੀ। ਅੰਧ ਭਗਤ ਜਿਹੜੇ ਨੇ ਉਹ ਉਸੇ ਤਰ੍ਹਾਂ ਤੁਸੀਂ ਅੱਜ ਸੋਸ਼ਲ ਮੀਡੀਆ 'ਤੇ ਜਾ ਕੇ ਚੈੱਕ ਕਰ ਲਓ, ਅੰਧ ਭਗਤ ਉਸੇ ਤਰ੍ਹਾਂ ਚੱਲ ਰਹੇ ਨੇ। ਸਰਕਾਰ ਦੇ ਫੈਸਲੇ ਉਸੇ ਤਰ੍ਹਾਂ ਨੇ। ਹਾਲਾਤ ਇਹ ਬਣ ਚੁੱਕੇ ਨੇ ਕਿ ਅੱਜ ਤਰਸਯੋਗ ਹਾਲਤ ਹੋ ਚੁੱਕੀ ਹੈ ਕਿਸਾਨਾਂ ਦੀ ਕਿ ਉੱਥੇ 3 ਮਹੀਨੇ ਹੋ ਗਏ ਨੇ ਬੈਠਿਆਂ ਨੂੰ। ਉਸ ਤੋਂ ਪਹਿਲਾਂ 3 ਮਹੀਨੇ ਜਿਹੜੇ ਆ ਪੰਜਾਬ 'ਚ ਅੰਦੋਲਨ ਚੱਲਦਾ ਰਿਹਾ। 6 ਮਹੀਨੇ ਦਾ ਅੰਦੋਲਨ ਇਹ ਹੋ ਚੁੱਕਿਆ। ਮੈਨੂੰ ਲੱਗਦਾ ਇਤਿਹਾਸ ਦੇ ਵਿੱਚ ਬੜਾ ਇਹਦਾ ਆਪਣੇ ਆਪ ਦੇ 'ਚ ਗਿਨੀ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਇਹ ਸ਼ਾਮਲ ਹੋ ਚੁੱਕਿਆ ਕਿ ਐਡਾ ਵੱਡਾ ਜਿਹੜਾ ਉਹ ਅੰਦੋਲਨ ਹੋਇਆ। ਇੱਥੋਂ ਤੱਕ ਕਿ ਦੇਸ਼ ਦੀ ਜਿਹੜੀ ਇੱਜ਼ਤ ਨੂੰ ਵੀ ਵੱਟਾ ਲੱਗਾ ਜੋ ਕੁਝ ਵੀ ਲਾਲ ਕਿਲ੍ਹੇ ਦੇ ਉੱਤੇ ਹੋਇਆ। ਉਸ ਤੋਂ ਇਲਾਵਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ 26 ਜਨਵਰੀ ਨੂੰ ਇੱਥੇ ਆਉਣ ਤੋਂ ਵੀ ਇਨਕਾਰ ਕਰ ਦਿੱਤਾ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜੋ ਬਹਿਸਾਂ ਚੱਲ ਰਹੀਆਂ ਨੇ ਇਸ ਅੰਦੋਲਨ ਨੂੰ ਲੈ ਕੇ, ਉਸ ਨੂੰ ਤਾਂ ਕੁਝ ਆਪਾਂ ਨੂੰ ਗੱਲ ਹੀ ਛੱਡ ਦਿਓ ਵੀ ਉਹ ਕਿਸ ਲੈਵਲ ਦੇ ਉੱਤੇ, ਉਸ ਨੂੰ ਤਾਂ ਇਹ ਕਹਿ ਦੇਣਗੇ ਵੀ ਇਸ ਬਾਹਰਲੀ ਸਾਜ਼ਿਸ਼ ਆਈ। ਐਡਾ ਵੱਡਾ ਜਿਹੜਾ ਰੌਲਾ ਹੈ
ਉਹਦੇ ਬਾਵਜੂਦ ਵੀ ਸਰਕਾਰ ਜਿਹੜੀ ਆ ਉਹ ਅੜੀ ਹੋਈ ਹੈ। ਇਹ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਆਖਰ ਵੋਟਾਂ ਦੀ ਲੋੜ ਨਹੀਂ ਹੈ, ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਦੀ ਲੋੜ ਨਹੀਂ ਹੈ। ਸਵਾਲ ਇੱਥੇ ਪੈਦਾ ਇਹ ਹੁੰਦਾ ਹੈ ਕਿ ਕੀ ਉਹ ਬੰਦੇ ਜਿਹੜੇ 5 ਰਾਜਾਂ ਦੇ ਵਿੱਚ ਇਸ ਵੇਲੇ ਚੋਣ ਹੋਣ ਜਾ ਰਹੀ ਹੈ, ਕਿ ਉੱਥੋਂ ਦੇ ਕਿਸਾਨ ਉਹ ਇਹ ਵਰਤਾਰਾ ਵੇਖ ਨਹੀਂ ਰਹੇ ਕਿ ਉੱਥੋਂ ਦੇ ਕਿਸਾਨ ਵਾਕਈ ਹੀ ਸਰਕਾਰ ਦੇ ਨਾਲ ਨੇ। ਜੇਕਰ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਉਹ ਚੀਜ਼ਾਂ ਆਉਂਦੀਆਂ ਨੇ, ਭਾਰਤੀ ਜਨਤਾ ਪਾਰਟੀ ਇਹਨਾਂ ਰਾਜਾਂ ਦੇ ਵਿੱਚ ਆਪਣੀ ਸਰਕਾਰ ਬਣਾ ਜਾਂਦੀ ਹੈ, ਤਾਂ ਫਿਰ ਜਿਹੜਾ ਇਹਨਾਂ ਦੀ ਜਿਹੜਾ ਅੰਦੋਲਨ ਨਹੀਂ ਬੜਾ ਘਾਤਕ ਸਿੱਧ ਹੋਏਗਾ, ਕਿਉਂਕਿ ਉਹ ਕਹਿ ਦੇਣਗੇ ਕਿ ਜੇਕਰ ਅਸੀਂ ਇੰਨੇ ਹੀ ਮਾੜੇ ਸੀ ਤਾਂ ਫਿਰ ਸਾਡੀ ਜਿਹੜੀ ਹੈ 5 ਰਾਜਾਂ 'ਚੋਂ ਸਰਕਾਰ ਕਿਵੇਂ ਆ ਗਈ। ਡੱਲੇਵਾਲ ਸਾਹਿਬ ਨੇ ਜਿਹੜੇ ਕਿਸਾਨ ਆਗੂ ਨੇ, ਉਹ ਅੱਜ ਇੱਕ ਬਿਆਨ ਦੇ ਵਿੱਚ ਕਹਿੰਦੇ ਨੇ ਕਿ ਸਾਡਾ ਹੁਣ ਕਿਸੇ ਸਰਕਾਰ ਦੇ ਨਾਲ ਸਾਡਾ ਕੋਈ ਪੋਲੀਟੀਕਲ ਮੋਟਿਵ ਤਾਂ ਨਹੀਂ ਹੈ, ਪਰ ਜਿਹੜੀਆਂ ਦਮਨਕਾਰੀ ਨੀਤੀਆਂ ਸਰਕਾਰ ਵੱਲੋਂ ਅਪਣਾਈਆਂ ਜਾ ਰਹੀਆਂ ਨੇ ਉਸ ਕਰਕੇ ਹੁਣ ਸਾਨੂੰ ਸੋਚਣਾ ਹੋਏਗਾ ਕਿ ਆਉਣ ਵਾਲੇ ਲੋਕਾਂ ਦੇ ਵਿੱਚ ਕਿਸਾਨਾਂ ਨੂੰ ਤੇ ਆਮ ਜਨਤਾ ਨੂੰ ਜਾਗਰੂਕ ਕਰਾਇਆ ਜਾਵੇ ਕਿ ਬੀਜੇਪੀ ਦੀ ਸਰਕਾਰ ਹੁਣ ਜਾਣੀ ਚਾਹੀਦੀ ਹੈ। ਸਿੱਧਾ ਹਮਲਾ ਬੀਜੇਪੀ ਸਰਕਾਰ ਦੇ ਉੱਤੇ ਹੋਇਆ। ਬੀਜੇਪੀ ਸਰਕਾਰ ਨੂੰ ਡੇਗਣ ਦੀਆਂ, ਜਿਵੇਂ ਆਪਾਂ ਪਿਛਲੀ ਚਰਚਾ ਦੇ ਵਿੱਚ ਗੱਲ ਕੀਤੀ ਸੀ ਕਿ ਹਰਿਆਣਾ ਦੇ ਵਿੱਚ ਹੁਣ ਬੀਜੇਪੀ ਦੀ ਸਰਕਾਰ ਚੰਦ ਦਿਨਾਂ ਦੀ ਮਹਿਮਾਨ ਹੈ, ਹੋ ਸਕਦਾ 2 ਮਹੀਨੇ ਹੋਰ ਕੱਟ ਜੇ। ਖੱਟਰ ਸਰਕਾਰ ਨੂੰ ਕੀ ਹੁਣ ਇਹੀ ਲੱਗਦਾ ਹੈ ਕਿ ਹੁਣ ਜਾਣ ਤਾਂ ਵਾਲੀ ਆ, ਉਹ ਗੱਲ ਹੋ ਗਈ ਵੀ ਹੁਣ ਵੀ ਜਾਣਾ ਤਾਂ ਹੈ ਹੀ ਆ, ਹੁਣ ਜੋ ਦਿਲ ਚਾਹੁੰਦਾ ਕਰ ਲਓ। ਉਹ ਜਿਵੇਂ ਬਿਆਨਾਂ ਦੀ ਦੇਖੀਏ, ਜੇਪੀ ਦਲਾਲ ਜੋ ਬਿਆਨ ਦਿੰਦੇ ਨੇ, ਮੁੜ ਕੇ ਖੱਟਰ ਸਾਹਿਬ ਦੇ ਆਪਣੇ ਬਿਆਨ ਬੜੇ ਵਿਵਾਦਿਤ ਰਹੇ ਨੇ। ਤੋਮਰ ਸਾਹਿਬ ਕੁਝ ਕਹਿ ਦਿੰਦੇ ਨੇ, ਮੋਦੀ ਜੀ ਆਪ ਕਦੀ ਪਰਜੀ ਵੀ ਕਹਿ ਦਿੰਦੇ ਨੇ, ਕਦੀ ਕਹਿ ਦਿੰਦੇ ਪਿਕਨਿਕ ਮਨਾਉਣ ਆਏ ਨੇ। ਇਹ ਬਿਲਕੁਲ ਇੰਨੇ ਹਲਕੇ 'ਚ ਕਿਉਂ ਲਿਆ ਜਾ ਰਿਹਾ ਇਹਨਾਂ ਨੂੰ? ਹੁਣ ਕਿਤੇ ਨਾ ਕਿਤੇ EVM ਦੇ ਉੱਪਰ ਵੀ ਸਵਾਲ ਤੁਸੀਂ ਕੱਲ੍ਹ ਇਹਦੇ 'ਤੇ ਚੁੱਕੇ ਸੀਗੇ। ਐਵੇਂ ਹੀ ਲੱਗਦਾ ਕਿ ਹੁਣ ਸਰਕਾਰ ਬੇਪਰਵਾਹ ਹੋ ਗਈ ਹੈ, ਜਾਂ ਹੁਣ ਇਹਨਾਂ ਨੂੰ ਐਂ ਲੱਗਦਾ ਕਿ ਹੁਣ ਸਾਡਾ ਟਾਈਮ ਤਾਂ ਹੋ ਗਿਆ, 10 ਸਾਲ ਹੋ ਗਏ, ਹੁਣ ਅਗਲੀ ਵਾਰ ਦੇਖਾਂਗੇ। ਦੇਖੋ ਬੋਨੀ, ਅਗਰ ਆਪਾਂ ਬੈਕਗਰਾਊਂਡ 'ਤੇ ਚੱਲੀਏ ਨਾ, ਤਾਂ ਮੈਨੂੰ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਹਿੰਦੁਸਤਾਨ ਦੇ ਵੋਟਰਾਂ ਦੀ ਜਿਹੜੀ ਨਬਜ਼ ਫੜ ਲਈ ਹੈ, ਤਾਂ ਹੀ ਉਹ ਪਰਵਾਹ ਨਹੀਂ ਕਰ ਰਹੇ ਜੀ। ਉਹਦਾ ਮਸਲਾ ਤੁਸੀਂ ਅਗਰ ਧਿਆਨ ਨਾਲ ਦੇਖੋ ਤਾਂ ਜਿੰਨੀਆਂ ਵੀ ਵੋਟਾਂ ਜਿੱਤੀਆਂ ਜਾ ਰਹੀਆਂ ਨੇ, ਚੋਣਾਂ ਜਿੱਤੀਆਂ ਜਾ ਰਹੀਆਂ ਨੇ ਜੀ, ਉਹ ਧਰਮ ਦੇ ਲਿਹਾਜ਼ ਨਾਲ, ਉਹ ਖੇਤਰ ਦੇ ਲਿਹਾਜ਼ ਨਾਲ, ਉਹ ਜਾਤੀ ਦੇ ਲਿਹਾਜ਼ ਨਾਲ ਹੈ, ਉਹ ਆਪਣੇ ਦੇ ਲਿਹਾਜ਼ ਨਾਲ, ਉਹ ਬਗਾਨੇ ਦੇ ਲਿਹਾਜ਼ ਨਾਲ, ਹੈ ਨਾ, ਅਤੇ ਉਹ ਚਾਂਦੀ ਦੀ ਜੁੱਤੀ ਅਤੇ ਕੱਚ ਦੀ ਗਲਾਸੀ ਦੇ ਲਿਹਾਜ਼ ਨਾਲ ਜਿਹੜੇ ਉਹ ਜਿੱਤੇ ਜਾ ਰਹੇ ਨੇ ਜੀ। ਪੈਸਾ, ਨਸ਼ਾ, ਆਪਣਾ ਪਰਾਇਆ, ਖੇਤਰਵਾਦ, ਜਾਤੀਵਾਦ, ਧਰਮ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਾਵੀ ਨੇ। ਮੁੱਦੇ ਕਿਤੇ ਵੀ ਨਹੀਂ ਹੈਗੇ ਇੱਥੇ। ਜਿੰਨੇ ਵੀ ਤੁਸੀਂ ਵੋਟਾਂ ਅਗਰ ਪੈਂਦੀਆਂ ਦੇਖੋਗੇ ਤਾਂ ਉੱਥੇ ਮੁੱਦੇ ਵੀ, ਮੈਂ ਇੱਕ ਆਪਣਾ ਤਜਰਬਾ ਸਾਂਝਾ ਕਰਦਾ। ਮੈਂ ਇੱਕ ਜਗ੍ਹਾ ਦੇ ਉੱਤੇ SGPC ਦੀਆਂ ਚੋਣਾਂ ਦੇ ਵਿੱਚ ਕਵਰੇਜ ਕਰਨ ਚਲਾ ਗਿਆ ਜੀ, ਅਤੇ ਉੱਥੇ ਮੈਂ ਇੱਕ ਮਾਤਾ ਆ ਰਹੀ ਸੀ ਦੂਰੋਂ, 80 ਸਾਲ ਦੀ ਹੋਣੀ, 75 ਸਾਲ ਦੀ ਹੋਣੀ, ਲੇਕਿਨ ਫਿੱਟ ਸੀ ਜੀ। ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਮਾਤਾ ਜੀ ਵੋਟ ਪਾ ਕੇ ਆਏ ਹੋ? ਕਹਿੰਦੇ ਹਾਂ ਜੀ। ਮੈਂ ਕਿਹਾ ਜੀ ਕਿਉਂ ਪਾ ਕੇ ਆਏ ਹੋ? ਕਹਿੰਦੇ ਜੀ ਸਾਡਾ ਕੈਂਡੀਡੇਟ ਜਿੱਤੇਗਾ। SGPC ਦੀਆਂ ਵੋਟਾਂ ਨੇ, ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਕਹਿੰਦੇ ਜੀ ਸਾਡਾ ਕੈਂਡੀਡੇਟ ਜਿੱਤੇਗਾ। ਮੈਂ ਕਿਹਾ ਜੀ ਤੁਹਾਡਾ ਕੈਂਡੀਡੇਟ ਜਿੱਤ ਕੇ ਕੀ ਕਰੇਗਾ? ਕਹਿੰਦੇ ਜੀ ਸਾਡੀਆਂ ਗਲੀਆਂ ਨਾਲੀਆਂ ਪੱਕੇ ਕਰਾਏਗਾ, ਸਾਡੇ ਏਰੀਏ ਦੇ ਵਿਕਾਸ ਕਰੇਗਾ, ਸਾਡੇ ਟਿਊਬਾਂ ਲਵਾਏਗਾ। ਜਦੋਂ ਤੱਕ ਇਹ ਮਾਨਸਿਕਤਾ ਉਹਨਾਂ ਦੀ ਹੋਏਗੀ ਸਾਡੇ ਵੋਟਰਾਂ ਦੀ, ਉਦੋਂ ਤੱਕ ਜਿਹੜਾ ਸਾਡੇ ਹਿੰਦੁਸਤਾਨ ਦੇ ਵਿੱਚ ਵੋਟਰਾਂ ਦਾ ਕੁਛ ਨਹੀਂ ਬਣ ਸਕਦਾ। ਉਹਨਾਂ ਨੂੰ ਪਤਾ ਹੈ ਕਿ ਜਦੋਂ ਨੇੜੇ ਜਾਵਾਂਗੇ ਉਦੋਂ ਜਾ ਕੇ ਅਸੀਂ ਜਾਤੀਵਾਦ, ਧਰਮ, ਪੈਸਾ, ਖੇਤਰਵਾਦ, ਹੈ ਨਾ, ਆਪਣਾ ਪਰਾਇਆ, ਇਹ ਮੇਰਾ ਆਪਣਾ ਜੀ, ਮੈਂ ਇਹਨੂੰ ਵੋਟ ਪਾਉਣੀ ਹੈ ਨਾ, ਇਹਨਾਂ ਚੀਜ਼ਾਂ ਦੇ ਉੱਤੇ ਜਾ ਕੇ ਫਿਰ ਉਹ ਵੋਟ ਅਸੀਂ ਪਾ ਲਾਂਗੇ ਅਤੇ ਅਸੀਂ ਜਿੱਤ ਜਾਵਾਂਗੇ। ਅਤੇ ਜਦੋਂ ਜਿੱਤ ਜਾਂਦੇ ਨੇ ਅਤੇ ਫਿਰ ਇੱਦਾਂ ਦੇ ਫੈਸਲੇ ਆਉਂਦੇ ਨੇ। ਪਰ ਇਹਦੇ ਵਿੱਚ ਆਪਾਂ ਇੱਕ ਬੜੀ ਮਤਲਬ ਅਜੀਬ ਡਿਵੈਲਪਮੈਂਟ ਹੁਣ ਇਸੇ ਦੌਰਾਨ ਦੇਖੀਏ, ਕਿਸਾਨ ਅੰਦੋਲਨ ਦੇ ਦੌਰਾਨ, ਕਿ ਜਾਟਲੈਂਡ ਜਿਹੜਾ ਕਿਹਾ ਜਾਂਦਾ ਹਰਿਆਣਾ ਹੈ, ਹਰਿਆਣਾ ਹੈ, ਜਿਹੜਾ UP, ਵੈਸਟਰਨ UP ਦੇ ਕੁਛ ਏਰੀਏ ਨੇ, ਦਿੱਲੀ NCR ਹੈ, ਉਹਦੇ ਵਿੱਚ ਹੁਣ ਜਦੋਂ ਪਿੱਛੇ ਜਿਹੇ ਅਮਿਤ ਸ਼ਾਹ ਉਹਨਾਂ ਦੀ ਮੀਟਿੰਗ ਹੋਈ ਆ BJP ਦੇ ਜਿਹੜੇ ਜਾਟ ਨੇਤਾ ਨੇ, ਉਦੋਂ ਸੰਜੀਵ ਬਲਿਆਨ ਬਾਰੇ ਆਪਾਂ ਗੱਲ ਕੀਤੀ ਸੀਗੀ। ਉਹਨਾਂ ਨੇ ਹੁਣ ਜਦੋਂ ਉਹ ਗਏ ਆ, ਜਾਤੀ ਕਾਰਡ ਇੱਕ ਖੇਡਿਆ ਉਹਨਾਂ ਨੇ, ਕਾਸਟ ਕਾਰਡ ਖੇਡਿਆ। ਹੁਣ ਜਾ ਕੇ ਜਦੋਂ ਉਹਨਾਂ ਨੇ ਗੱਲ ਕਰਨੀ ਚਾਹੀ, ਲੋਕਾਂ ਨੇ ਜਦੋਂ ਪਹਿਲੇ ਪਿੰਡ ਦੇ ਵਿੱਚ ਗਏ, ਲੋਕਾਂ ਨੇ ਉਹਨਾਂ ਨੂੰ ਬੋਲਣ ਹੀ ਨਹੀਂ ਦਿੱਤਾ। ਜਵਾਬਾਂ ਤੋਂ ਵੱਧ ਸਵਾਲ ਹੋ ਗਏ ਸੀ। ਉੱਥੋਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਖਦੇੜਤਾ ਗਿਆ। 2 ਪਿੰਡਾਂ ਦੇ ਵਿੱਚ ਉਹਨਾਂ ਨੂੰ ਸਵਾਗਤ ਹੀ ਨਹੀਂ ਕਰਿਆ ਗਿਆ। ਬੰਦੇ ਉੱਠ ਕੇ, ਚੌਧਰੀ ਜਿਹੜੇ ਖਾਪ ਚੌਧਰੀ ਨੇ, ਉਹ ਉੱਠ ਕੇ ਆਪ ਗਾਜ਼ੀਪੁਰ ਬਾਰਡਰ 'ਤੇ ਚਲੇ ਗਏ। ਅਤੇ ਇਹ ਹੁਣ ਜਿਹੜਾ ਜਾਤੀਵਾਦ ਦਾ ਕਾਰਡ ਹੈ, ਇਹਨੂੰ ਤਾਂ ਕਿਸਾਨਾਂ ਨੇ ਇਹਦਾ ਕਾਟ ਤਾਂ ਲੱਭ ਲਿਆ। ਹੁਣ ਜੇ ਆਪਾਂ ਗੱਲ ਕਰੀਏ ਕਿ ਜਾਂ EVM ਜਾਂ ਜਿਹੜਾ ਹੁਣ ਫਿਰਕਾ ਪ੍ਰਸਤੀ ਹੈ, ਉਹਦਾ ਕਾਟ ਕਿਵੇਂ ਲੱਭਣਗੇ, ਜਾਂ ਉਦੋਂ ਜਿਹੜਾ ਇੱਕ ਰੰਗ ਚੜ੍ਹਿਆ ਹੋਇਆ ਪੂਰੇ ਦੇਸ਼ ਦੇ ਉੱਪਰ। ਹੁਣ ਦੇਖੋ, ਇਹਨਾਂ ਕੋਲੇ ਸਿਰਫ 2 ਮਸਲੇ ਸੀਗੇ ਜਿਹੜੀ BJP ਦੀ ਗੌਰਮੈਂਟ ਹੈ। ਜਾਂ ਤਾਂ ਇਹਨਾਂ ਕੋਲੇ ਮਸਲਾ ਸੀਗਾ ਜਾਤੀਵਾਦ ਦਾ ਜਾਂ ਦੇਸ਼ ਪ੍ਰੇਮ ਦਾ। ਕਿਸਾਨ ਇਹਨਾਂ ਦੇ ਵਿਰੁੱਧ ਹੋ ਗਏ, ਜਾਤੀਵਾਦ ਦਾ ਕਾਟ ਉਹ ਉਹਨਾਂ ਨੂੰ ਮਿਲ ਗਿਆ। ਜਿਹੜੇ ਦੇਸ਼ ਧਰੋਹ ਦੇ ਪਰਚੇ ਦਰਜ ਕਰ ਰਹੇ ਨੇ,
ਪਰ ਗੱਲ ਇਹ ਹੈ ਕਿ ਜਿਹੜੇ ਹੁਣ ਜਿੰਨੇ ਵੀ ਕਿਸਾਨ ਆਗੂ ਨੇ, ਜਦੋਂ ਆਪਾਂ ਗੱਲ ਕਰਦੇ ਹਾਂ ਇੰਡੀਅਨ ਆਰਮੀ ਦੇ ਵਿੱਚ 70 ਤੋਂ 80% ਜਿਹੜੇ ਲੋਕ ਨੇ ਉਹ ਹੈਗੇ ਆ ਕਿਸਾਨਾਂ ਦੇ ਪੁੱਤ, ਜਿਹੜੇ ਰੂਰਲ ਏਰੀਆਜ਼ 'ਚੋਂ ਆਉਂਦੇ ਨੇ। ਬਿਲਕੁਲ ਓਬਵੀਅਸਲੀ ਦੇਖਿਆ ਜਾਵੇ ਕਿ ਜੇ ਹੁਣ ਅੰਦੋਲਨ ਲੰਬਾ ਚੱਲਦਾ ਹੈ ਤਾਂ ਕਿਤੇ ਨਾ ਕਿਤੇ ਜਦੋਂ ਆਪਣੇ ਪਿਓ ਦੇ ਉੱਤੇ ਕੁਛ ਮਾਰ ਆਉਂਦੀ ਹੈ ਤਾਂ ਪੁੱਤ ਚੁੱਪ ਨਹੀਂ ਬੈਠ ਸਕਦਾ। ਤੁਸੀਂ ਦੇਖ ਸਕਦੇ ਹੋ ਕਿ ਇਹ ਦੋਹੇ ਫਰੰਟਾਂ ਦੇ ਉੱਤੇ ਹੁਣ ਬੀਜੇਪੀ ਬੈਕਫੁੱਟ ਤੇ ਆਏਗੀ। ਦੇਖੋ ਇਸ ਤਰ੍ਹਾਂ ਹੈ ਕਿ ਇਸ ਵੇਲੇ ਇਹ ਨਾ ਉਹ ਕੰਮ ਹੋ ਰਿਹਾ ਕਿ ਕਬੂਤਰ ਜਿਹੜਾ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਰਿਹਾ ਜੀ। ਇਹਨਾਂ ਨੂੰ ਪਤਾ ਵੀ ਲੱਗ ਰਿਹਾ ਵੀ ਇਹ ਸਾਰਾ ਕੁਝ ਹੋ ਰਿਹਾ। ਸਾਰਾ ਕੁਝ ਭਾਰਤੀ ਜਨਤਾ ਪਾਰਟੀ ਦੀ ਇੰਟੈਲੀਜੈਂਸ ਵੀ ਹੈਗੀ ਹੈ, ਸਰਕਾਰ ਦੇ ਵਿੱਚ ਜਿਹੜੇ ਉਹ ਥਿੰਕ ਟੈਂਕ ਵੀ ਬੈਠਾ ਹੋਇਆ, ਇਹ ਸਾਰਾ ਕੁਝ ਇਹਨਾਂ ਨੂੰ ਪਤਾ ਹੈ। ਪਰ ਇਹਦੇ ਬਾਵਜੂਦ ਵੀ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਬੰਦ ਕਰਨ ਵਾਲੀ ਕਹਾਵਤ ਹੈ ਕਿ ਕੁਝ ਨਹੀਂ ਹੋਣ ਵਾਲਾ, ਸਭ ਠੀਕ ਹੈ। ਪਰ ਇਹ ਹਿੰਦੁਸਤਾਨ ਦੇ ਲੋਕਾਂ ਦੀ ਇੱਕ ਤਰਾਸਦੀ ਹੈ ਕਿ ਮੌਕੇ ਦੇ ਮੌਕੇ ਜਿਹੜਾ ਹੈ ਉਹ ਰੋਸ ਜਾਗਦਾ ਤੇ ਕੁਝ ਚਿਰ ਬਾਅਦ ਲੋਕੀ ਭੁੱਲ ਜਾਂਦੇ ਨੇ। ਸ਼ਾਰਟ ਟਰਮ ਮੈਮਰੀ ਕਹਿ ਸਕਦੇ ਹੋ। ਬਿਲਕੁਲ, ਲੋਕੀ ਕੁਝ ਚਿਰ ਬਾਅਦ ਭੁੱਲ ਜਾਂਦੇ ਨੇ। ਮੈਂ ਇਹਦੀ ਉਦਾਹਰਨ ਦੇਵਾਂਗਾ, ਇਹਦੀ ਨੂੰ ਜਿਹੜਾ ਸਾਬਤ ਕਰਨ ਵਾਲੀ ਉਦਾਹਰਨ ਦੇਵਾਂਗਾ। ਤੁਸੀਂ ਇਹਨੂੰ ਚੱਕ ਕੇ ਦੇਖੋ ਕਿ 84 ਦੇ ਦੌਰਾਨ ਕਾਂਗਰਸ ਦੇ ਉੱਤੇ ਜਿਹੜਾ ਵੱਡਾ ਦੋਸ਼ ਲੱਗਾ ਕਿ ਕਾਂਗਰਸ ਨੇ ਕਤਲੇਆਮ ਕੀਤਾ ਸਿੱਖਾਂ ਦਾ। ਪੰਜਾਬ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜਾ 90 ਦੇ ਦਹਾਕੇ ਦੇ ਵਿੱਚ ਸਰਕਾਰ ਸੀ, ਜਾਂ ਉੱਥੋਂ ਖਾੜਕੂਵਾਦ ਦੇ ਦੌਰਾਨ ਜਿਹੜਾ ਉਹ ਲੱਖਾਂ ਨੌਜਵਾਨਾਂ ਨੂੰ ਮਾਰਨ ਦੀ ਜਿਹੜੇ ਹੁਣ ਤੱਕ ਦੋਸ਼ ਲੱਗ ਰਹੇ ਨੇ, ਪੁਲਿਸ ਵਾਲਿਆਂ ਨੂੰ ਸਜ਼ਾਵਾਂ ਵੀ ਹੋਈਆਂ ਨੇ। ਇੱਕ ਵੱਡਾ ਜਿਹੜਾ ਰੋਸ ਸੀਗਾ ਉਹ ਕਾਂਗਰਸ ਸਰਕਾਰ ਦੇ ਵਿਰੁੱਧ ਸੀ। ਪਰ ਇਹਦੇ ਬਾਵਜੂਦ ਵੀ ਨਾ ਸਿਰਫ ਜਿਹੜਾ ਹੈਗਾ ਉਹ 2002 ਦੇ ਵਿੱਚ ਕਾਂਗਰਸ ਦੀ ਸਰਕਾਰ ਆਈ ਪੰਜਾਬ ਦੇ ਵਿੱਚ, ਬਲਕਿ ਇਸ ਵੇਲੇ ਵੀ ਕਾਂਗਰਸ ਦੀ ਸਰਕਾਰ ਹੈ। ਸ਼ਾਰਟ ਟਰਮ ਮੈਮਰੀ ਹੋ ਗਈ, ਲੋਕੀ ਜਿਹੜੇ ਨੇ ਉਹ ਚੀਜ਼ ਜਿਹੜੀ ਉਹ ਖਤਮ ਹੋ ਗਈ ਦਿਮਾਗ 'ਚੋਂ। ਹੈ ਤਾਂ ਕਾਂਗਰਸ ਪਾਰਟੀ ਉਹੀ ਹੈ ਨਾ। ਫਿਰ ਜੇ ਹੁਣ ਉਹ ਇਸ ਨੂੰ ਕਹਿੰਦੇ ਨੇ ਵੀ ਵਧੀਆ, ਤਾਂ ਫਿਰ ਪਹਿਲਾਂ ਵਾਲੇ ਜਿਹੜੇ ਸੀਗੇ ਉਹ ਕਿਉਂ ਮਾੜੇ ਹੋ ਗਏ? ਬੰਦੇ ਤਾਂ ਕੁਝ ਹੋਰ ਸੀ ਨਾ ਜਿਨ੍ਹਾਂ ਨੇ ਕੰਮ ਕੀਤਾ ਸੀਗਾ। ਫਿਰ ਆਈਏ ਆਪਾਂ ਇੱਧਰ ਅਕਾਲੀ ਦਲ ਦੇ ਉੱਤੇ। ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਿੱਡਾ ਵੱਡਾ ਦੋਸ਼ ਲੱਗਿਆ ਕਿ ਉਹਨਾਂ ਨੇ ਬਰਗਾੜੀ ਕਾਂਡ ਤੇ ਗੋਲੀ ਕਾਂਡ ਜਿਹੜਾ ਹੋਇਆ, ਕਿੱਡਾ ਵੱਡਾ ਬੇਅਦਬੀ ਵਾਲੇ ਮਾਮਲੇ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਦਾ ਬੇਸ਼ੱਕ ਇੱਕ ਵਾਰੀ ਸੂਪੜਾ ਸਾਫ਼ ਹੋ ਗਿਆ, ਪਰ ਇਹਦੇ ਬਾਵਜੂਦ ਵੀ ਜਦੋਂ ਹੁਣ ਚੋਣਾਂ ਹੁੰਦੀਆਂ ਨੇ ਦੁਬਾਰਾ, ਉਹਦੇ ਵਿੱਚ ਨਾ ਸਿਰਫ ਸੁਖਬੀਰ ਬਾਦਲ ਵੱਡੀ ਜਿਹੜੀ ਆ ਉਹਦੀ ਜਿੱਤ ਹਾਸਲ ਕਰਦੇ ਨੇ, ਬਲਕਿ ਹਰਸਿਮਰਤ ਕੌਰ ਬਾਦਲ ਵੀ ਜਿਹੜੀ ਆ ਉਹ ਵੱਡੀ ਜਿੱਤ ਹਾਸਲ ਕਰਦੇ ਨੇ। ਜਿਨ੍ਹਾਂ ਉੱਤੇ ਸਭ ਤੋਂ ਵੱਡਾ ਦੋਸ਼ ਸੀ ਜਿਸ ਪਰਿਵਾਰ ਦੇ ਉੱਤੇ, ਉਹਨਾਂ ਨੂੰ ਵੱਡੀ ਲੀਡ ਦੇ ਨਾਲ ਜਿਤਾ ਦਿੱਤਾ ਜਾਂਦਾ। ਸ਼ਾਰਟ ਟਰਮ ਮੈਮਰੀ। ਫਿਰ ਲੋਕੀ ਦੇਖੋ ਬਾਕੀ ਪਾਸੇ ਹਾਰ ਗਏ, ਇੱਥੇ ਕਿਵੇਂ ਜਿੱਤ ਗਏ? ਵੱਡਾ ਸਵਾਲ ਇਹ ਹੈ ਕਿ ਲੋਕ ਮੈਂ ਫਿਰ ਇਹ ਕਹਿਣਾ ਕਿ ਇਹ ਚੀਜ਼ ਦੀ ਨਬਜ਼ ਜਿਹੜੀ ਆ ਉਹ ਫੜ ਚੁੱਕੇ ਨੇ ਕਿ ਲੋਕੀ ਹੁਣ ਰੌਲਾ ਪਾਉਣਗੇ ਜਦੋਂ ਚੋਣਾਂ ਨੇੜੇ ਆਉਣਗੀਆਂ। ਹਾਲੇ ਤਾਂ 3 ਸਾਲ 3.5 ਸਾਲ ਪਏ ਨੇ, ਹਾਲੇ ਜਦੋਂ ਚੋਣਾਂ ਆਉਣਗੀਆਂ ਫਿਰ ਦੇਖਾਂਗੇ। ਹਾਲੇ ਪਾਈ ਜਾਣ ਤੋਂ ਰੌਲਾ, ਜੋ ਹੁੰਦਾ ਦੇਖੀ ਜਾਊਗੀ। ਕੁਲਵੰਤ ਜੀ, ਤੁਸੀਂ ਗੱਲ ਕਰੀਏ ਮਿਲੀਟੈਂਸੀ ਦੀ। ਪੰਜਾਬ ਦੇ ਵਿੱਚ ਮਿਲੀਟੈਂਸੀ ਇੱਕ ਕਾਲਾ ਦੌਰ ਰਿਹਾ 84 ਤੋਂ ਲੈ ਕੇ 96 ਤੱਕ, ਕਹਿ ਸਕਦੇ ਹਾਂ ਆਪਾਂ 95-96 ਦੇ ਦੌਰ ਤੱਕ। ਇਸ ਦੌਰਾਨ ਇੱਕ ਵੱਡਾ ਨਾਂ ਪੰਜਾਬ ਦੇ ਜਿਹੜਾ ਖਾਲਿਸਤਾਨੀ ਮੂਵਮੈਂਟ ਦੇ ਵਿੱਚੋਂ ਪੋਲੀਟੀਕਲ ਤੌਰ ਦੇ ਉੱਪਰ ਨਿਕਲ ਕੇ ਆਇਆ ਸੀਗਾ, ਸਿਮਰਨਜੀਤ ਸਿੰਘ ਮਾਨ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਅੰਮ੍ਰਿਤਸਰ ਦੇ ਵਿੱਚ। ਉਹਦੇ 'ਚ ਉਹਨਾਂ ਨੇ ਬੜੀ ਅਜੀਬ ਗੱਲ ਕੀਤੀ ਹੈ, ਜਿਹੜਾ ਕਾਫੀ ਟਾਈਮ ਲੰਘ ਚੁੱਕਿਆ। 26 ਤੋਂ ਬਾਅਦ ਅੱਜ ਦੁਬਾਰਾ ਮੁੜ ਕੇ 26 ਆਉਣ ਵਾਲੀ ਹੋ ਗਈ। ਪੂਰੇ 1 ਮਹੀਨੇ ਤੋਂ ਬਾਅਦ ਉਹ ਆ ਕੇ ਹੁਣ ਅੱਜ ਕਹਿ ਦਿੰਦੇ ਆ ਕਿ ਜਿਹੜਾ 26 ਤਰੀਕ ਨੂੰ ਝੰਡਾ ਚਲਾਇਆ ਗਿਆ ਸੀਗਾ ਰੈੱਡ ਫੋਰਟ ਦੇ ਉੱਪਰ, ਉਹ ਸਾਡੇ ਹੁਕਮਾਂ 'ਤੇ ਹੋਇਆ ਸੀ। ਅਸੀਂ ਉਹਨਾਂ ਨੂੰ ਉਹ ਹਿਦਾਇਤਾਂ ਦਿੱਤੀਆਂ ਸੀ ਕਿ ਤੁਸੀਂ ਜਾ ਕੇ ਝੰਡਾ ਚਲਾਓ ਅਤੇ ਜੋ ਹੋਊਗਾ ਅਸੀਂ ਦੇਖ ਲਾਂਗੇ। ਹੁਣ ਉਹਨਾਂ ਨੇ ਇੱਥੋਂ ਜੱਥੇ ਭੇਜੇ ਹੈ, ਉਹ ਕਹਿੰਦੇ ਵੀ ਅਸੀਂ ਰਿਹਾਈਆਂ ਦੀ ਵੀ ਗੱਲ ਕਰਾਂਗੇ, ਜਿਹੜੇ ਸਾਡੇ ਬੰਦੇ ਫੜੇ ਹੋਏ ਹੈ ਅਸੀਂ ਆਪ ਗ੍ਰਿਫਤਾਰੀਆਂ ਦੇਵਾਂਗੇ। ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਇਸ ਤਰ੍ਹਾਂ ਹੈ ਕਿ ਮੈਂ ਇਸ ਨੂੰ ਇਸ ਤਰੀਕੇ ਦੇਖਦਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਤੁਸੀਂ ਗੱਲ ਕੀਤੀ ਜੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿਸੇ ਵੇਲੇ ਜਦੋਂ ਹੋਂਦ ਵਿੱਚ ਨਹੀਂ ਸੀ ਜੀ, 1999 ਦੇ ਵਿੱਚ ਜਦੋਂ ਆਜ਼ਾਦ ਤੌਰ ਦੇ ਉੱਤੇ ਚੋਣਾਂ ਲੜੀਆਂ ਗਈਆਂ ਸੀ, ਤਾਂ ਉਦੋਂ ਵੱਡੀ ਪੱਧਰ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਤੇ ਮਾਨ ਸਾਹਿਬ ਵੀ ਜਿੱਤੇ, ਤੇ ਇਸ ਤੋਂ ਇਲਾਵਾ ਹੋਰ ਬਹੁਤ ਅਤਿੰਦਰਪਾਲ ਸਿੰਘ ਪਟਿਆਲਾ ਤੋਂ ਜਿੱਤੇ। ਸਾਰੇ ਪੰਜਾਬ ਦੇ ਵਿੱਚੋਂ ਮਤਲਬ ਤਾਂ 13 ਦੇ ਵਿੱਚੋਂ 11-12 ਸੀਟਾਂ ਇਹਨਾਂ ਦੀਆਂ ਆ ਗਈਆਂ ਸੀ। ਪਰ ਇਹਦੇ ਬਾਵਜੂਦ ਵੀ ਦੁਬਾਰਾ ਉਹ ਦੌਰ ਸੀ 99 ਦਾ, ਜਦੋਂ ਕਿ ਪੰਜਾਬ ਦੇ ਵਿੱਚ ਸਿੱਖਇਜ਼ਮ ਨੂੰ ਵੱਡੀ ਢਾਹ ਲੱਗ ਰਹੀ ਸੀ। ਲੋਕੀ ਬੇਹੱਦ ਦੁਖੀ ਸੀ। ਲੋਕਾਂ ਦੇ ਜਿਹੜੇ ਮੁੰਡੇ ਜਿਹੜੇ ਸੀ ਉਹ ਮਾਰੇ ਜਾ ਚੁੱਕੇ ਸੀ, ਕਿੰਨੇ ਲੱਖਾਂ ਜਿਹੜੇ ਮੁੰਡੇ ਗਾਇਬ ਸੀਗੇ। ਉਦੋਂ ਇੱਕ ਵੱਡਾ ਰੋਸ ਸੀਗਾ, ਤੇ ਉਹ ਰੋਸ ਜਿਹੜਾ ਉਹ ਸਰਕਾਰ ਦੇ ਵਿਰੁੱਧ ਗਿਆ, ਤੇ ਇਹਨਾਂ ਨੂੰ ਜਿਹੜੇ ਲੋਕ ਇਹਨਾਂ ਦੇ ਵਿੱਚ ਪੀੜਿਤ ਨਜ਼ਰ ਆ ਰਹੇ ਸੀ ਉਹਨਾਂ ਨੂੰ ਵੋਟਾਂ ਪਾਈਆਂ ਗਿਆ। ਇਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਜੇਲ੍ਹਾਂ ਦੇ ਵਿੱਚੋਂ ਵੀ ਚੋਣਾਂ ਲੜੀਆਂ ਸੀਗੀਆਂ। ਇੱਥੇ ਮੈਂ ਇੱਕ ਗੱਲ ਹੋਰ ਐਡ ਕਰ ਦਿੰਦਾ ਕਿ ਜਿਵੇਂ ਤੁਸੀਂ ਘਟਨਾਕ੍ਰਮ ਦੱਸਿਆ ਸਾਰਾ, ਉਹਦੇ ਨਾਲ ਇੱਕ ਹੋਰ ਗੱਲ ਹੈ ਕਿ ਅਕਾਲੀ ਲੀਡਰਾਂ ਦੀ ਬਹੁਤ ਉਸ ਟਾਈਮ ਕਤਲੇਆਮ ਚੱਲ ਰਿਹਾ ਸੀਗਾ, ਜਦੋਂ ਅਕਾਲੀ ਲੀਡਰ ਚੁਣ ਕੇ ਮਾਰੇ ਜਾ ਰਹੇ ਸੀਗੇ ਕਥਿਤ ਖਾਲਿਸਤਾਨੀਆਂ ਵੱਲੋਂ ਜੀ। ਬਿਲਕੁਲ,
ਇਹ ਸਾਰਾ ਦਾ ਸਾਰਾ ਜਿਹੜਾ ਵਰਤਾਰਾ ਹੈ, ਉਸ ਵੇਲੇ ਜੋ ਕੁਝ ਹੋਇਆ ਉਦੋਂ ਇੱਕ ਲੋਕ ਰੋਹ ਉੱਠਿਆ ਸਰਕਾਰ ਦੇ ਵਿਰੁੱਧ ਤੇ ਉਹ ਜਿਹੜਾ ਇਹਨਾਂ ਨੂੰ ਜਿਤਾ ਗਿਆ। ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਦੁਬਾਰਾ ਵੀ ਇੱਕ ਮੇਰੇ ਖਿਆਲ ਚੋਣ ਦੇ ਵਿੱਚ ਜਿੱਤ ਹਾਸਲ ਕੀਤੀ, ਪਰ ਉਹ ਦੌਰ ਜਦੋਂ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਦੁਬਾਰਾ ਇਹਨਾਂ ਨੂੰ ਕਦੇ ਉਹ ਜਿਹੜਾ ਲੋਕਾਂ ਦਾ ਸਪੋਰਟ ਸਮਰਥਨ ਨਹੀਂ ਮਿਲ ਪਾਇਆ ਜਿੰਨਾ ਪਹਿਲਾਂ ਸੀਗਾ। ਹੁਣ ਆਈਏ ਆਪਾਂ ਗੱਲ ਕਰੀਏ ਕਿ ਇਹ ਮੁੱਦਾ ਕਿਉਂ ਉਭਾਰਿਆ ਗਿਆ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਹੈਗਾ, ਉਹ ਉਸ ਦੀ ਸਪੋਰਟ ਜਿਹੜੀ ਆ ਉਹ ਕਾਫੀ ਜਿਹੜੀ ਆ ਉਹ ਘੱਟ ਹੈ ਪਬਲਿਕ ਦੇ ਵਿੱਚ। ਇਹ ਮੈਂ ਨਹੀਂ ਕਹਿ ਰਿਹਾ, ਇਹ ਅੰਕੜੇ ਦੱਸਦੇ ਨੇ। ਜੇਕਰ ਵੋਟਾਂ ਅਗਰ ਜਦੋਂ ਵੋਟਾਂ ਪੈਂਦੀਆਂ ਨੇ ਉਹਦੇ ਵਿੱਚ ਅਗਰ ਚੱਕ ਕੇ ਦੇਖਿਆ ਜਾਵੇ ਤਾਂ ਜਿੰਨਾ ਕੁ ਸਮਰਥਨ ਵੋਟਾਂ ਦੇ ਵਿੱਚ ਆਉਂਦਾ ਉਹ ਸਾਰਿਆਂ ਨੂੰ ਪਤਾ। ਪਰ ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਏਜੰਡਾ ਹੈਗਾ ਖਾਲਿਸਤਾਨ, ਜਿਹੜਾ ਕਿ ਉਹ ਜਮਹੂਰੀ ਢੰਗ ਨਾਲ ਲੈਣਾ ਚਾਹੁੰਦੇ ਨੇ। ਸਪੋਰਟ ਘੱਟ ਗਈ। ਹੁਣ ਜਿਹੜਾ ਹੈਗਾ ਉਹ ਇਸ ਵੇਲੇ ਉੱਥੇ ਸਰਕਾਰ, ਕੇਂਦਰ ਸਰਕਾਰ ਕਹਿ ਰਹੀ ਹੈ ਖਾਲਿਸਤਾਨ, ਜਿਹੜੇ ਜਿੰਨੇ ਵੀ ਕਿਸਾਨ ਬੈਠੇ ਨੇ ਖਾਲਿਸਤਾਨੀ ਨੇ, ਜ਼ਿਆਦਾਤਰ ਇਹਨਾਂ 'ਚੋਂ ਖਾਲਿਸਤਾਨੀ ਨੇ। ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਲੱਗਿਆ ਕਿ ਸਾਡੀ ਤਾਂ ਬਹੁਤ ਸਪੋਰਟ ਹੈ, ਲੋਕੀ ਸਾਡੇ ਨਾਲ ਨੇ। ਇਹ ਪਿੱਛੇ ਜੇ ਸਾਡੇ ਪ੍ਰੋਗਰਾਮ ਦੇ ਵਿੱਚ MP ਸਿੰਘ ਆਏ ਸੀ, ਇਹਨਾਂ ਦੇ ਮਹਿੰਦਰਪਾਲ ਸਿੰਘ, ਪ੍ਰੋਫੈਸਰ ਮਹਿੰਦਰਪਾਲ ਸਿੰਘ, ਉਹਨਾਂ ਨੇ ਵੀ ਕਿਹਾ ਵੀ ਹਾਂ ਅਸੀਂ ਖੁਸ਼ ਹਾਂ ਕਿ ਸਰਕਾਰ ਕਹਿ ਰਹੀ ਵੀ ਸਾਡੇ ਹੈਗੇ ਨੇ, ਬੰਦੇ ਹੈਗੇ ਨੇ, ਤੇ ਅਸੀਂ ਜੇ ਸਰਕਾਰ ਨੇ ਇਸ ਨਾਕਾਮ ਰਹੇ ਲੀਡਰ ਜਿਹੜੇ ਕਿਸਾਨ ਕਾਨੂੰਨ ਰੱਦ ਕਰਾਉਣ, ਤਾਂ ਅਸੀਂ ਇਸ ਅੰਦੋਲਨ ਨੂੰ ਆਪਣੇ ਢੰਗ ਨਾਲ ਆਪਣੇ ਹੱਥ 'ਚ ਲਵਾਂਗੇ। ਸੋ ਇੱਕ ਵੱਡੀ ਪਾਵਰ ਮੰਨੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਸਾਡੇ ਨਾਲ ਵੱਡਾ ਸਮਰਥਨ ਆ ਗਿਆ ਜੀ। ਪਰ ਇੱਥੇ ਇੱਕ ਗੱਲ ਆਪਾਂ ਇਹ ਵੀ ਦੇਖੀ ਨਾ ਕਿ ਜਿਹੜੇ ਕਿਸਾਨ ਲੀਡਰ ਨੇ ਉਹ ਤਾਂ ਕਹਿ ਰਹੇ ਵੀ ਸਾਡਾ ਖਾਲਿਸਤਾਨ ਨਾਲ ਕੁਝ ਲੈਣਾ ਦੇਣਾ ਨਹੀਂ। ਹੁਣ ਡੱਲੇਵਾਲ ਸਾਹਿਬ ਜਦੋਂ ਇਹ ਗੱਲ ਪਹਿਲੀ ਵਾਰੀ ਉੱਠੀ ਸੀਗੀ ਕਿ ਖਾਲਿਸਤਾਨੀ ਜੁੜੇ ਹੋਏ ਨੇ ਇਹਦੇ ਨਾਲ, ਜਾਂ ਖਾਲਿਸਤਾਨੀ ਨੇ ਜ਼ੀ ਮੀਡੀਆ ਦਿਖਾਉਂਦਾ ਸੀ। ਇੱਥੇ ਰੁਕਾਂਗਾ ਜੀ ਕਿ ਜੇਕਰ ਉਹ ਇਹ ਕਹਿੰਦੇ ਨੇ ਵੀ ਸਾਡੇ ਨਾਲ ਖਾਲਿਸਤਾਨੀਆਂ ਦਾ ਕੋਈ ਸੰਬੰਧ ਨਹੀਂ, ਪਰ ਇਹਦੇ ਬਾਵਜੂਦ ਵੀ ਖਾਲਿਸਤਾਨੀ ਜਿਹੜੇ ਹਮਾਇਤੀ ਬੰਦੇ ਜਿਹੜੇ ਇਸ ਵੇਲੇ ਉੱਥੇ ਬੈਠੇ ਹੋਏ ਨੇ, ਇਸ ਵੇਲੇ ਵੀ ਉੱਥੇ ਖਾਲਿਸਤਾਨੀ ਸਮਰਥਕ ਜਿਹੜੇ ਨੇ ਜਮਹੂਰੀ ਢੰਗ ਨਾਲ ਜਿਹੜੇ ਲੈਣਾ ਚਾਹੁੰਦੇ ਨੇ, ਕੋਈ ਹਿੰਸਾ ਨਹੀਂ ਕਰਦੇ ਕਿਸੇ ਕਿਸਮ ਦੀ, ਇਸ ਵੇਲੇ ਵੀ ਉਹ ਬਿਲਕੁਲ ਉੱਥੇ ਹਾਜ਼ਰ ਨੇ। ਬਹੁਤੇ ਨਹੀਂ ਹੋਣਗੇ, ਥੋੜ੍ਹੇ ਹੋਣਗੇ, ਪਰ ਜੇਕਰ ਇੰਨਾ ਹੀ ਗੱਲ ਸੀ ਤਾਂ ਫਿਰ ਉਹਨਾਂ ਨੂੰ ਕਹਿ ਦੇਣਾ ਚਾਹੀਦਾ ਸੀ ਵੀ ਇੱਥੋਂ ਚਲੇ ਜਾਣ, ਜਾਂ ਕੁਛ ਵੀ ਜੋ ਵੀ ਕਹਿਣਾ ਚਾਹੁੰਦੇ ਨੇ ਉਹ ਤੁਹਾਨੂੰ ਕਹਿ ਸਕਦੇ ਸੀ। ਪਰ ਇਹਦੇ ਬਾਵਜੂਦ ਵੀ ਉਹ ਚੀਜ਼ ਨਹੀਂ ਹੋਈ। ਉਹ ਚੀਜ਼ ਇਹਨਾਂ ਨੂੰ ਜਿਹੜੀ ਆ ਉਹ ਹਿੰਮਤ ਦੇ ਰਹੀ ਹੈ ਵੀ ਆਪਾਂ ਇਹ ਤਾਂ ਸਾਡੇ ਨਾਲ ਨੇ। ਲੱਖਾ ਸਿਧਾਣਾ ਦੇ ਹੱਕ ਦੇ ਵਿੱਚ ਕੀਤਾ ਗਿਆ। ਲੱਖਾ ਸਿਧਾਣਾ ਦੇ ਵਿੱਚ ਬੜੀ ਵੱਡੀ ਸਪੋਰਟ ਉੱਥੇ ਲੋਕੀ ਆਏ। ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਵੀ ਵੱਡਾ ਹੱਥ ਰਿਹਾ, ਉੱਥੇ ਵੀ ਉਹਨਾਂ ਦੀ ਸਪੋਰਟ ਕੀਤੀ ਗਈ। ਉੱਥੇ ਜਿਹੜੇ ਇਕੱਠ ਹੋਇਆ ਉਹ ਵੀ ਜਿਹੜਾ ਉਹ ਆਪਾਂ ਕਹਿ ਸਕਦੇ ਹਾਂ ਜੀ। ਸੋ ਸਪੋਰਟ ਜਿਹੜੀ ਇਹ ਬਿਆਨ ਆ ਰਹੇ ਨੇ ਉਹ ਇਹ ਆ ਰਹੇ ਨੇ ਕਿ ਪਾਰਟੀ ਨੂੰ ਜਾਂ ਉਹਨਾਂ ਦੀ ਲਹਿਰ ਨੂੰ ਇੱਕ ਵੱਡਾ ਸਮਰਥਨ ਮਿਲ ਰਿਹਾ। ਇਹ ਉਰੇ ਨਹੀਂ, ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਇਹ ਪ੍ਰਚਾਰ ਕੀਤਾ ਜਾਵੇ। ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਆਪਣੇ ਆਪ ਦੇ ਵਿੱਚ ਇਹਦੀ ਮਦਦ ਜਿਹੜੀ ਆ ਉਹ ਕੇਂਦਰ ਸਰਕਾਰ ਕਰ ਰਹੀ ਹੈ। ਇਹ ਕਹਿ ਕੇ ਵੀ ਇਹ ਤਾਂ ਖਾਲਿਸਤਾਨੀ ਨੇ ਜੀ, ਇਹ ਤਾਂ ਜੀ ਵੱਖਵਾਦੀ ਨੇ ਜੀ, ਇਹ ਤਾਂ ਜਿਹੜੇ ਬੈਠੇ ਨੇ ਜੀ ਇਹ ਤਾਂ ਅੱਤਵਾਦੀਆਂ ਨੂੰ ਇੱਥੋਂ ਜੇਲ੍ਹਾਂ 'ਚੋਂ ਰਿਹਾ ਕਰਾਉਣਾ ਚਾਹੁੰਦੇ ਨੇ ਜੀ। ਹਰ ਗੱਲ ਜਿਹੜੀ ਉਹਨਾਂ ਦੀ ਹੈ ਉਹ ਉਸ ਗੱਲ ਵੱਲ ਜਿਹੜੀ ਇਸ਼ਾਰਾ ਕਰ ਰਹੀ ਹੈ ਜਿਹੜੀ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਰ ਰਿਹਾ ਹੈ। ਤੇ ਉਹ ਕਿਉਂ ਨਾ ਰੌਲਾ ਪਾਉਣ ਜਦੋਂ ਉਹਨਾਂ ਨੂੰ ਫ੍ਰੀ ਦੀ ਸਪੋਰਟ ਮਿਲ ਰਹੀ ਹੈ, ਉਹਨਾਂ ਨੂੰ ਕਿਉਂ ਨਾ ਰੌਲਾ ਪਾਉਣਾ? ਇਹੀ ਚੀਜ਼ ਹੈ। ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਚੱਲੀਏ, 2017 ਦੀਆਂ ਜਿਹੜਾ ਚੋਣਾਂ ਸੀਗੀਆਂ, ਉਸ ਪੰਜਾਬ ਚੋਣਾਂ ਸੀ, ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਉਹਨਾਂ ਦੀ ਤੇ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਫੁੱਟ ਪਈ ਸੀਗੀ, ਉਹਦੇ ਵਿੱਚ ਵੀ ਆਪਾਂ ਅਜਿਹੀ ਇੱਕ ਚੀਜ਼ ਦੇਖਣ ਨੂੰ ਮਿਲੀ ਸੀਗੀ ਕਿ ਖਹਿਰਾ ਉਹਨਾਂ ਦੀ ਜਿਹੜੀ ਚੰਗੀ ਭਲੀ ਪਾਰਟੀ ਦੇ ਵਿੱਚ ਗੱਲਬਾਤ ਸੀਗੀ, ਅਗਲੇ LOP ਵੀ ਰਹੇ ਹੈ ਨਾ, ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸ਼ਾਇਦ NRIਆਂ ਦੀ ਸਪੋਰਟ ਜ਼ਿਆਦਾ ਮਿਲੀ, ਸੋਸ਼ਲ ਮੀਡੀਆ ਦੀ ਸਪੋਰਟ ਜ਼ਿਆਦਾ ਮਿਲੀ। ਸੋਸ਼ਲ ਮੀਡੀਆ ਦੇ ਯੋਧਿਆਂ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ 'ਚੋਂ ਵੀ ਕਢਾਤਾ, ਜਿਹੜੀ ਆਪਣੀ ਪਾਰਟੀ ਬਣੀ ਉੱਥੋਂ ਵੀ ਹਰਵਾਤਾ। ਤੇ ਅੱਜ ਕੱਲ੍ਹ ਜਿਹੜਾ ਹੁਣ ਸੁਖਪਾਲ ਖਹਿਰਾ ਨੇ ਉਹ ਸਿਰਫ ਫੇਸਬੁੱਕ 'ਤੇ ਲਾਈਵ ਹੋਣ ਜੋਗੇ ਇੱਕ ਤਰ੍ਹਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਰਹਿ ਗਏ, ਕਿਉਂਕਿ ਉਹਨਾਂ ਨੂੰ ਵੋਟਾਂ ਕੁਝ ਖਾਸ ਮਿਲੀਆਂ ਨਹੀਂ। ਸਿਮਰਨਜੀਤ ਸਿੰਘ ਮਾਨ ਜੇ ਐਸੀ ਲੜਾਈ ਹੁਣ ਸੋਸ਼ਲ ਮੀਡੀਆ ਦੇ ਰਾਹੀਂ ਹੀ ਲੜ ਰਹੇ ਨੇ, ਸੋਸ਼ਲ ਮੀਡੀਆ ਦੀ ਸਪੋਰਟ ਨਾਲ ਲੜ ਰਹੇ ਨੇ, ਇੱਕ ਗੱਲ ਨੂੰ ਧਿਆਨ ਰੱਖਿਆ ਜਾਵੇ ਕਿ ਸੋਸ਼ਲ ਮੀਡੀਆ ਦੀ ਜਿਹੜੀ ਵੋਟ ਹੈ ਉਹ ਕਨਵਰਟ ਬਹੁਤ ਘੱਟ ਹੁੰਦੀ ਹੈ ਜਿਹੜੀ ਰਿਐਲਿਟੀ ਦੇ ਵਿੱਚ ਹੈ। ਕਿਉਂਕਿ ਜਦੋਂ ਤੁਸੀਂ ਜਾਓਗੇ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਜਦੋਂ ਦੂਜੀ ਵਾਰੀ ਲਗਾਤਾਰ ਮੁੱਖ ਮੰਤਰੀ ਬਣੇ ਨੇ, ਉਦੋਂ ਸਾਰੇ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਸੀਗਾ ਕਿ ਕੈਪਟਨ ਸਰਕਾਰ ਆ ਗਈ। ਜੇ ਤੁਸੀਂ ਪਟਿਆਲਾ ਦੇ ਵਿੱਚ ਦੇਖੋਗੇ ਤਿਆਰੀਆਂ ਸ਼ੁਰੂ ਹੋ ਗਈਆਂ ਸੀ ਕੈਪਟਨ ਸਾਹਿਬ ਨੂੰ ਰਾਜਗੱਦੀ ਦੇਣ ਦੀ। ਪਰ ਜਦੋਂ ਵੋਟਾਂ ਦੀ ਅਸਲੀਅਤ ਸਾਹਮਣੇ ਆਈ ਤਾਂ ਦਿਖਿਆ ਕਿ ਜਿਹੜੀ ਅਕਾਲੀ ਸਰਕਾਰ ਹੈ ਉਹ ਦੁਬਾਰਾ ਆ ਗਈ। 3 ਇੰਸੀਡੈਂਟ ਮੈਂ ਤੁਹਾਡੇ ਸਾਹਮਣੇ ਰੱਖਦੇ, ਤੇ ਤੁਹਾਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਅੰਮ੍ਰਿਤਸਰ ਹੈ ਇਹਨਾਂ ਨੂੰ ਕੋਈ ਖਾਸ ਇਹਦਾ ਫਾਇਦਾ ਹੋ ਪਾਏਗਾ ਕਿ ਸਿਰਫ ਹਵਾ ਦੇ ਵਿੱਚ ਹੀ ਸਿਰਫ ਬੁੱਲੇ ਨੇ? ਪਤਾ ਹੈ ਕਿ ਇਹ ਚੀਜ਼ ਇੱਕ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਜਿੰਨੇ ਵੀ ਇਹਨਾਂ ਦੇ ਸਮਰਥਕ ਨੇ ਜੀ, ਉਹ
ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜੀਆਂ ਵੋਟਾਂ ਪਈਆਂ ਆਪਾਂ ਕਰੂੰ, ਜਿਹੜੇ ਵੋਟਰ ਜਿਹੜੇ ਇਹਨਾਂ ਤੋਂ ਪਿੱਛੇ ਹਟ ਗਏ, ਉਹ ਗੱਲ ਵੱਖਰੀ ਹੈ ਜੀ। ਲੇਕਿਨ ਉਨੇ ਹੀ ਸਮਰਥਕ ਇਹਨਾਂ ਦੇ ਬਣੇ ਆ ਰਹੇ ਨੇ। ਇਹਨਾਂ ਦੇ ਸਮਰਥਕ ਜਿਹੜੇ ਨੇ ਉਹ ਜਦੋਂ ਤੋਂ ਇਹਨਾਂ ਨੂੰ ਵੋਟਰ ਪਿੱਛੇ ਹਟੇ ਨੇ, ਉਹਨਾਂ ਤੋਂ ਜ਼ਿਆਦਾਤਰ ਜਿਹੜੇ ਜਿਹਦਾ ਦਾ ਨਤੀਜਾ ਜਿਹੜਾ ਵੋਟਾਂ ਦੇ ਵਿੱਚ ਆਇਆ ਜੀ, ਉਹ ਸਮਰਥਕ ਇਹਨਾਂ ਦੇ ਉਨੇ ਹੀ ਬਣੇ ਆ ਰਹੇ ਨੇ। ਇਹਨਾਂ ਦੇ ਸਮਰਥਕ ਇੱਕ ਗਰਮ ਸੋਚ ਦੇ ਲਿਹਾਜ਼ ਨਾਲ ਜਿਹੜੇ ਨੇ ਉਹ ਨਾਲ ਇਹਨਾਂ ਦੇ ਜੁੜੇ ਹੋਏ ਨੇ, ਪੱਕੇ ਸਮਰਥਕ ਜੁੜੇ ਹੋਏ ਨੇ, ਜਿਹੜਾ ਕਿ ਆਲ ਓਵਰ ਵਰਲਡ ਦੇ ਵਿੱਚ ਇਹਨਾਂ ਨੂੰ ਸਪੋਰਟ ਮਿਲਦੀ ਹੈ। ਇਹਨਾਂ ਦੇ ਸਪੋਰਟਰ ਨਾ ਤਾਂ ਘਟੇ ਨੇ ਤੇ ਨਾ ਹੀ ਜਿਹੜਾ ਬਹੁਤੇ ਵਧੇ ਨੇ, ਕੰਸਿਸਟੈਂਸੀ ਹੈ। ਹਾਂ, ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਦੂਜੀ ਸੁਖਪਾਲ ਖਹਿਰਾ ਜਾਂ ਦੂਜੀ, ਉਹ ਇੱਕ ਵੇਵ ਸੀਗੀ, ਉਹ ਇੱਕ ਸੋਸ਼ਲ ਮੀਡੀਆ ਦੇ ਨਾਲ ਸੀਗੇ ਲੋਕੀ, ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਸੋਸ਼ਲ ਮੀਡੀਆ ਦੇ ਵਿੱਚ ਜਿਹੜੇ ਉਹਦੇ ਕਰਕੇ ਆਏ ਸੀਗੇ ਉਹ। ਇਹ ਜਿਹੜੇ ਨੇ ਇਹ ਲੋਕ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ, ਇਹ ਸੈਂਟੀਮੈਂਟਸ, ਇਹ ਜਜ਼ਬਾਤੀ ਹੋ ਕੇ ਇਹਨਾਂ ਨਾਲ ਜੁੜੇ ਹੋਏ ਨੇ, ਤੇ ਉਹ ਜਿਹੜੇ ਸੀਗੇ ਉਹ ਜੁੜੇ ਹੋਏ ਸੀ ਸੋਸ਼ਲ ਮੀਡੀਆ ਦੀ ਵੇਵ ਨਾਲ। ਦੋਨਾਂ 'ਚ ਫਰਕ ਕਰਨਾ ਪਏਗਾ ਆਪਾਂ ਨੂੰ। ਸੋਸ਼ਲ ਮੀਡੀਆ ਦੀ ਅਗਰ ਵੇਵ ਦੇਖੀ ਜਾਵੇ ਤਾਂ ਸੋਸ਼ਲ ਮੀਡੀਆ ਦੀ ਵੇਵ ਕਰਕੇ ਹੀ ਮੋਦੀ ਜਿਹੜਾ ਉਹ 2 ਵਾਰੀ ਜਿੱਤੇ ਨੇ ਜੀ। ਸੋਸ਼ਲ ਮੀਡੀਆ ਦੀ ਵੇਵ ਕਰਕੇ ਮੋਦੀ ਨੇ ਨਾ ਸਿਰਫ ਸੋਸ਼ਲ ਮੀਡੀਆ ਦੀ ਵੇਵ ਚਲਾਈ, ਬਲਕਿ ਸੈਂਟੀਮੈਂਟਸ ਵੀ ਨਾਲ ਜੋੜੇ, ਧਰਮ ਦਾ ਮੁੱਦਾ ਨਾਲ ਜੋੜਿਆ ਜੀ। ਧਰਮ ਨੂੰ ਨਾਲ ਜੋੜ ਕੇ ਸੋਸ਼ਲ ਮੀਡੀਆ ਦੇ ਰਸਤੇ ਪ੍ਰਚਾਰ ਕੀਤਾ ਤੇ ਉਸ ਪਾਵਰ 'ਚ ਆ ਗਏ। ਪਰ ਇੱਥੇ ਸਿਰਫ ਸੋਸ਼ਲ ਮੀਡੀਆ ਦੀ ਵੇਵ ਚੱਲੀ, ਦੂਜਾ ਕੋਈ ਸੈਂਟੀਮੈਂਟ ਨਹੀਂ ਜੋੜ ਪਾਏ ਨਾਲ। ਇਹੀ ਕਾਰਨ ਸੀਗਾ ਕਿ ਸੁਖਪਾਲ ਖਹਿਰਾ ਹਾਰ ਗਏ ਔਰ ਮੋਦੀ ਜਿਹੜੇ ਨੇ ਉਹ ਜਿੱਤ ਗਏ। ਸੁਖਪਾਲ ਖਹਿਰਾ ਹਾਸ਼ੀਏ 'ਤੇ ਚਲੇ ਗਏ, ਮੋਦੀ ਜਿਹੜਾ ਸਾਰੇ ਹਿੰਦੁਸਤਾਨ ਦੇ ਉੱਤੇ ਛਾ ਗਏ। ਹੁਣ ਗੱਲ ਕਰੀਏ ਇਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ, ਇਹਨਾਂ ਦੇ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਨੇ ਉਹ ਸੈਂਟੀਮੈਂਟਸ, ਜਜ਼ਬਾਤ ਦੇ ਆਧਾਰ ਨਾਲ ਜੁੜੇ ਹੋਏ ਨੇ। ਇਹਨਾਂ ਦੇ ਨਾਲ ਨਾ ਤਾਂ ਬਹੁਤੇ ਘਟੇ ਨੇ ਤੇ ਨਾ ਬਹੁਤੇ ਵਧੇ ਨੇ। ਸੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਜਿਹੜਾ ਇਹਦੇ ਨਾਲ ਇਹਨਾਂ ਨੂੰ ਨੁਕਸਾਨ ਹੋਏਗਾ ਜਾਂ ਫਾਇਦਾ ਹੋਏਗਾ। ਇਹ ਜਿਵੇਂ ਚੱਲੇ ਆ ਰਿਹਾ ਉਵੇਂ ਹੀ ਚੱਲੇਗਾ। ਅੱਗੇ ਚੱਲ ਕੇ ਵੇਖਣਾ ਹੋਏਗਾ ਕਿ ਇਹ ਲਹਿਰ ਕਿੱਧਰ ਨੂੰ ਮੁੜਦੀ ਹੈ, ਕਿੰਨੇ ਕੁ ਸਪੋਰਟਰ ਇਹ ਆਪਣੇ ਨਾਲ ਜੋੜ ਪਾਉਂਦੇ ਨੇ ਜੀ। ਕੁਲਵੰਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ। ਬਹੁਤ ਵਧੀਆ ਚਰਚਾ ਰਹੀ, ਤੁਹਾਨੂੰ ਬੜੀ ਵੱਡਮੁੱਲੀ ਜਾਣਕਾਰੀ ਜਿਹੜੀ ਦਿੱਤੀ ਹੈ ਸਾਡੇ ਵਿਊਅਰਸ ਨੂੰ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੁਬਾਰਾ। ਧੰਨਵਾਦ, ਸ਼ੁਕਰੀਆ ਜੀ। ਸੋ ਇਸੀ ਸਾਡੇ ਐਡੀਟਰ ਇਨ ਚੀਫ ਸਰਦਾਰ ਕੁਲਵੰਤ ਸਿੰਘ ਜੀ, ਅਸੀਂ ਅੱਜ ਚਰਚਾ ਕਰੀ ਹੈ ਸੁਖਪਾਲ ਸਿੰਘ ਖਹਿਰਾ ਹੋਣਾ 'ਤੇ ਵੀ ਖੁੱਲ੍ਹ ਕੇ ਚਰਚਾ ਕੀਤੀ ਹੈ, ਕਿਸਾਨ ਆਗੂਆਂ ਉੱਤੇ ਖੁੱਲ੍ਹ ਕੇ ਚਰਚਾ ਕੀਤੀ ਹੈ, ਲੱਖਾ ਸਿਧਾਣਾ ਦੀ ਗ੍ਰਿਫਤਾਰੀ ਉੱਤੇ ਤੁਸੀਂ ਪੂਰੀ ਸਾਡੀ ਗੱਲਬਾਤ ਸੁਣੀ ਹੈ। ਅਤੇ ਹੁਣ ਤੁਹਾਡੇ ਕੀ ਵਿਚਾਰ ਨੇ, ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ। ਐਂਡ ਦੇ ਨੋਟ ਦੇ ਵਿੱਚ ਸਿਰਫ ਇੰਨਾ ਹੀ ਕਹਿਣਾ ਚਾਹਾਂਗੇ ਕਿ ਜੇ ਕਿਸਾਨ ਆਗੂ ਨੇ ਜਿਹੜੇ ਉਹ ਪੋਲੀਟੀਕਲੀ ਇਸ ਚੀਜ਼ ਨੂੰ ਜਿੰਨਾ ਦੂਰ ਰੱਖਣਾ ਚਾਹ ਰਹੇ ਨੇ, ਪੋਲੀਟਿਕਸ ਉਨਾ ਹੀ ਇਸ ਅੰਦੋਲਨ ਦੇ ਨਾਲ ਜੁੜਦੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਏਗਾ ਕਿ ਇਹਦਾ ਜਿਹੜਾ ਮਧਾਣੀ ਇੱਕ ਪਾਣੀ ਦੇ ਵਿੱਚ ਪਾਈ ਜਾ ਚੁੱਕੀ ਹੈ, ਇਹਦੀ ਜਿਹੜੀ ਮਲਾਈ ਹੈ ਉਹ ਕੌਣ ਚੱਕਦਾ ਹੈ। ਜੁੜੇ ਰਹੋ ਨਿਊਜ਼ ਏਸ਼ੀਆ ਪੰਜਾਬੀ ਦੇ ਨਾਲ। ਮੈਂ ਅਬੋਨੀ ਬਿੰਦਰਾ, ਥੈਂਕ ਯੂ।